ਹੁਣ ਕੈਪਟਨ ਨੇ ਭਾਵੇਂ 500-600 ਕਰੋੜ ਦੇ ਕਰਜ਼ੇ ਮਾਫ ਕੀਤੇ, ਭਾਵੇਂ ਕੁਝ ਕੁ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਿੱਤੇ ਨੇ, ਪਰ ਉਹ ਜਿਨ੍ਹਾਂ ਨੂੰ ਮਿਲੇ ਨੇ, ਜਿਨ੍ਹਾਂ ਨੂੰ ਦਿੱਤੇ ਨੇ, ਜਿਹੜੇ ਨਹੀਂ ਰਹਿ ਗਏ, ਉਹ ਇੱਕ ਆਸ ਵਾਲੀ ਲਾਈਨ 'ਚ ਤਾਂ ਹੈ ਨਾ। ਪਰ ਊਠ ਦੇ ਮੂੰਹ 'ਚ ਜੀਰਾ ਦੇਣ ਨਾਲ ਮਸਲੇ ਹੱਲ ਥੋੜੀ ਹੋਣੇ। ਦੇਖੋ ਮਸਲੇ ਹੱਲ ਹੋਣ ਚਾਹੇ ਨਾ ਹੋਣ, ਮਸਲੇ ਪੈਣ ਢੱਠੇ ਖੂਹ 'ਚ, ਉਹਨਾਂ ਨੂੰ ਮਸਲਿਆਂ ਤੋਂ ਕੀ ਮਸਲਾ। ਆਜ਼ਾਦੀ ਤੋਂ ਪਹਿਲਾਂ ਇਸ ਕਾਨੂੰਨ ਦੀ ਜਿਹੜੀ ਵਰਤੋਂ ਆ ਲੋਕਮਾਨਿਆ ਤਿਲਕ ਤੇ ਗਾਂਧੀ ਤੇ ਵੀ ਹੋ ਚੁੱਕੀ ਹੈ ਜੀ। ਹਾਲਾਂਕਿ ਬਹੁਤ ਸਾਰੇ ਲੋਕ ਹਿੰਦੁਸਤਾਨ ਦੇ ਵਿੱਚ ਦਬਵੀਂ ਆਵਾਜ਼ ਦੇ ਵਿੱਚ ਜਾਂ ਖੁੱਲੀ ਆਵਾਜ਼ ਦੇ ਵਿੱਚ ਇਹ ਵੀ ਕਹਿ ਚੁੱਕੇ ਨੇ ਕਿ ਸੰਵਿਧਾਨ ਨੂੰ ਵੀ ਬਦਲਣ ਦੀ ਲੋੜ ਆ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਸੇ ਸੰਵਿਧਾਨ ਨੂੰ ਵੀ ਇੱਕ ਵਾਰ ਜਲਾ ਚੁੱਕੇ। ਹਾਈ ਕਮਾਂਡ ਦੇ ਕੋਲ ਹਾਈ ਕਮਾਂਡ ਵਾਲਾ ਦਬਕਾ, ਦਾਬਾ, ਜਾਬਤਾ ਤੇ ਜੁਰਤ ਜਿਹੜੀ ਆ ਉਹ ਹੈ ਨਹੀਂ। ਜੇ ਲੜਾਈ ਮੁੱਦਿਆਂ ਦੀ ਹੁੰਦੀ ਤੇ ਫਿਰ ਸਿੱਧੂ ਸਾਹਿਬ ਨੂੰ, ਕੈਪਟਨ ਸਾਹਿਬ ਦਾ ਸਾਥ ਉਹਨਾਂ 18 ਮੁੱਦਿਆਂ ਨੂੰ ਹੱਲ ਕਰਨ ਲਈ ਦੇਣਾ ਚਾਹੀਦਾ ਸੀ ਤੇ ਬਿਜਲੀ ਮੰਤਰਾਲੇ ਜੁਆਇਨ ਕਰਦੇ। ਪ੍ਰਧਾਨ ਮੰਤਰੀ ਨੂੰ ਕੈਪਟਨ ਸਾਹਿਬ ਨੇ ਕੱਲ ਇੱਕ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਕਿ ਸਮਾਂ ਜਿਹੜਾ ਆ ਉਹ ਬਹੁਤ ਹੋ ਗਿਆ ਤੇ ਇਸ ਸਾਰੇ ਜਿਹੜੇ ਆ ਇਹਨੂੰ ਮੁਕਾਉਣ ਲਈ ਤੁਸੀਂ ਇੱਕ ਕੋਸ਼ਿਸ਼ ਕਰੋ। 83 ਪੈਂਤੜਾ ਨਾ ਕਹੀਏ ਇਹਨੂੰ। ਪ੍ਰੋਗਰਾਮ ਵਿਚਾਰ ਚਰਚਾ 'ਚ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਲੀਨ ਕੌਰ ਜੱਸੜ ਤੇ ਅੱਜ ਵਿਚਾਰ ਚਰਚਾ ਇਸ ਗੱਲ ਤੇ ਹੋਵੇਗੀ ਕਿ ਸੁਪਰੀਮ ਕੋਰਟ ਨੇ ਕਿਹੜਾ ਕਾਨੂੰਨ ਖਤਮ ਕਰਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਪੰਜਾਬ ਦੀ ਰਾਜਨੀਤੀ ਦੀ ਗੱਲ ਕਰਾਂਗੇ, ਟੋਕੀਓ ਓਲੰਪਿਕਸ ਦੀ ਗੱਲ ਕਰਾਂਗੇ ਤੇ ਹੋਰ ਵੀ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਅੱਜ ਵਿਚਾਰੇ ਜਾਣਗੇ। ਸਟੂਡੀਓ ਦੇ ਵਿੱਚ ਬਤੌਰ ਐਕਸਪਰਟ ਮੇਰੇ ਨਾਲ ਮੌਜੂਦ ਨੇ ਅੰਮ੍ਰਿਤਪਾਲ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਵਲੀਨ, ਸ਼ੁਕਰੀਆ। ਕੀ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ? ਠੀਕ ਠਾਕ। ਸਾਡੇ ਹਾਲ ਤਾਂ ਵਧੀਆ ਨੇ, ਪਰ ਪੰਜਾਬ ਦੀ ਰਾਜਨੀਤੀ 'ਚ ਇਸ ਵੇਲੇ ਬੁਖਾਰ ਹੀ ਚੜਿਆ ਸਾਰਿਆਂ ਨੂੰ। ਰਾਜਨੀਤੀ ਇਦਾਂ ਹੀ ਚੱਲਣੀ ਚਾਹੀਦੀ, ਫੇਰ ਹੀ ਤੁਹਾਡੇ ਕੋਲ ਮੁੱਦੇ ਆਉਣੇ ਤੇ ਫੇਰ ਹੀ ਅਸੀਂ ਗੱਲਾਂ ਕਰਨੀਆਂ। ਜੇ ਸਾਰਾ ਕੁਝ ਠੀਕ ਚੱਲਦਾ ਰਹੇ, ਪ੍ਰਧਾਨ ਮੰਤਰੀ ਦੀਆਂ ਚਲਾਈਆਂ ਹੋਈਆਂ 250 ਯੋਜਨਾਵਾਂ ਜੇ ਠੀਕ ਠਾਕ ਹੋ ਜਾਣ ਤੇ ਫਿਰ ਹਿੰਦੁਸਤਾਨ 'ਚ ਮਨ ਕੀ ਬਾਤ ਕਰਨ ਲਈ ਕੁਝ ਬਚਣਾ ਹੀ ਨਹੀਂ। ਬਿਲਕੁਲ, ਉਹ ਤਾਂ ਉਹਨਾਂ ਕੋਲ ਅੱਗੇ ਕੁਝ ਨਹੀਂ ਹੈਗਾ ਤੇ ਕਹਿੰਦੇ ਦੱਸੋ ਮੈਂ ਕੀ ਕਿਹੜੀ ਗੱਲ ਕਰਾਂ। ਬਿਲਕੁਲ, ਰਾਜਨੀਤੀ ਦੀਆਂ ਗੱਲਾਂ ਬਾਅਦ 'ਚ ਕਰਦੇ ਹਾਂ। ਪਹਿਲਾਂ ਸਾਨੂੰ ਇਹ ਦੱਸੋ ਵੀ ਸੁਪਰੀਮ ਕੋਰਟ ਇਸ ਵੇਲੇ ਕਿਹੜੇ ਕਾਨੂੰਨ ਨੂੰ ਖਤਮ ਕਰਨ ਦੀ ਗੱਲ ਕਰ ਰਿਹਾ? ਸੁਲੀਨ, ਇੱਕ ਕਾਨੂੰਨ 124A ਆ, IPC ਜਿਹਨੂੰ ਅਸੀਂ ਇੰਡੀਅਨ ਪੀਨਲ ਕੋਡ ਕਹਿੰਦੇ ਆ। 1870 1860 ਤੋਂ ਵੀ ਪਹਿਲਾਂ ਇਹਦੇ ਖਰੜੇ ਤਿਆਰ ਹੋਣੇ ਸ਼ੁਰੂ ਹੋ ਗਏ ਅੰਗਰੇਜ਼ ਦੇ ਰਾਜ ਦੇ ਦੌਰਾਨ। 1860 'ਚ IPC ਸਾਡੇ ਸਾਹਮਣੇ ਆਇਆ। 1870 'ਚ ਇਹਦੇ 'ਚ ਜਿਹੜੀਆਂ ਇਹ ਧਾਰਾ ਜੋੜੀਆਂ ਗਈਆਂ 121A ਤੇ 124A ਜੀ। IPC ਦਾ ਚੈਪਟਰ 6ਵਾਂ ਆ ਜਿਹਦੇ 'ਚ ਧਾਰਾਵਾਂ ਆ ਇਹ ਦੇਸ਼ ਵਿਰੋਧ ਦੇ ਵਿੱਚ ਇਹਨਾਂ ਨੂੰ ਜੋੜਿਆ ਜਾਂਦਾ। ਇਹਦੇ 'ਚ ਜੋ ਲਿਖਿਆ ਆ ਉਹ ਆ The offense of sedition is committed when any person by words or otherwise brings or attempts to bring into hatred or contempt or excites or attempts to excite disaffection towards the government established by law। ਮਾਂ ਬੋਲੀ 'ਚ ਦੱਸੋ। ਮਾਂ ਬੋਲੀ 'ਚ ਇਹਨੂੰ ਸੌਖਾ ਸਮਝਾਈਏ ਤੇ sedition ਦਾ ਤੁਸੀਂ ਹੁਣੇ ਮੈਨੂੰ ਦੱਸਿਆ ਕਿ ਲੋਕਾਂ ਨੂੰ ਚੁਣੀ ਹੋਈ ਸਰਕਾਰ ਦੇ ਵਿਰੋਧ 'ਚ ਖੜੇ ਕਰਨ ਦੀ ਜਿਹੜੀ ਗੱਲਬਾਤ ਹੈ ਉਹਨੂੰ ਸੈਡੀਸ਼ਨ ਕਹਿੰਦੇ ਆ। ਕਿ ਜਦੋਂ ਕੋਈ ਲੋਕ ਸਰਕਾਰ ਦੇ ਖਿਲਾਫ ਕੋਈ ਗੱਲ ਕਰਦੇ ਆ ਜਾਂ ਸਰਕਾਰ ਨੂੰ ਤੋੜਨ ਦੀ ਗੱਲ ਕਰਦੇ ਆ ਜਾਂ ਸਰਕਾਰ ਦੇ ਵਿਰੋਧ ਦੇ ਵਿੱਚ ਇੱਕ ਹਜੂਮ ਨੂੰ ਇਕੱਠਾ ਕਰਨ ਦੀ ਗੱਲ ਕਰਦੇ ਆ ਤੇ ਉਹਨੂੰ ਉਹ ਰਾਜ ਧਰੋਹ ਕਹਿੰਦੇ ਆ। ਦੇਸ਼ ਧਰੋਹ ਜਾਂ ਤੁਸੀਂ ਉਹਨੂੰ ਰਾਜ ਧਰੋਹ ਕਹਿ ਲਓ। ਉਹਦੇ ਜਿਹੜਾ ਖਿਲਾਫ ਇਹ ਕਾਨੂੰਨ ਵਰਤਿਆ ਜਾਂਦਾ ਉਹਨੂੰ ਇਸ ਕਹਿੰਦੇ ਆ 124A। ਇਸ ਕਾਨੂੰਨ ਦੀ 2-3 ਦਿਨਾਂ ਤੋਂ ਚਰਚਾ ਚੱਲ ਰਹੀ ਆ। ਜਸਟਿਸ DY ਚੰਦਰਚੂੜ ਨੇ ਵੀ ਗੱਲ ਕੀਤੀ ਸੀ ਕਿ ਇਹੋ ਜਿਹੇ ਜਿਹੜੇ ਅਪਰਾਧਿਕ ਕਾਨੂੰਨ ਆ ਉਹਨਾਂ ਨੂੰ ਅਸੀਂ ਕਿਉਂ ਵਰਤੋਂ ਕਰਦੇ ਆ, ਇਹੋ ਜਿਹੇ ਕਾਨੂੰਨਾਂ ਦੀ, ਜਦੋਂ ਕਿ ਗੱਲ ਸਿਰਫ ਕਿਸੇ ਮੁੱਦੇ ਤੇ ਸਹਿਮਤੀ ਜਾਂ ਅਸਹਿਮਤੀ ਦੀ ਹੁੰਦੀ। ਗੱਲ ਸਿਰਫ ਭਾਰਤ ਦੇ ਲੋਕਾਂ ਦੀ NRC ਜਾਂ CAA ਦੇ ਕਾਨੂੰਨ ਨੂੰ ਸਹਿਮਤੀ ਜਾਂ ਅਸਹਿਮਤੀ ਦੀ ਆ। 3 ਤੁਸੀਂ ਕਾਨੂੰਨ ਬਣਾਏ, ਕਿਸਾਨ ਉਹਨੂੰ ਮੰਨਦੇ ਆ ਜਾਂ ਨਹੀਂ ਮੰਨਦੇ ਇਹਨਾਂ ਦੀ ਆ। ਬਿਲਕੁਲ। ਮਾਲੇਗਾਂਵ ਕੇਸ ਦੇ ਵਿੱਚ ਉੱਥੇ ਜਿਹੜੀ ਇੱਕ ਚੱਲ ਰਹੀ ਸੀ, ਇੱਕ ਸੰਗਠਨ ਦੀ ਇੱਕ ਰੈਲੀ ਚੱਲ ਰਹੀ ਸੀ, ਉੱਥੇ BJP ਦੇ ਸਮਰਥਕ ਵੀ ਆ ਗਏ, ਉਹ ਵੀ ਆ ਗਏ, ਲੜਾਈ ਝਗੜਾ ਹੋ ਗਿਆ ਤੇ ਤੁਸੀਂ ਉਹਨਾਂ ਦੇ ਉੱਤੇ UAPA ਜਿਹੜਾ ਇੰਪੋਜ਼ ਕਰ ਦਿੱਤਾ ਤੇ ਕਿੰਨੇ ਹੀ ਲੋਕ ਜਿਹੜੇ ਕਿ ਦੇਸ਼ ਦੀ ਮੁੱਖ ਧਾਰਾ 'ਚ ਰਹਿ ਰਹੇ ਸੀ, ਸਮਾਜਿਕ ਕੰਮ ਕਰਦੇ ਸੀ, ਉਹਨਾਂ ਦੇ ਉੱਤੇ ਤੁਸੀਂ ਇਹੋ ਜਿਹੇ ਕਾਨੂੰਨ ਲਾ ਦਿੱਤੇ ਜਿਹੜੇ ਕਿ ਲੋਕ ਜੇਲ੍ਹ ਦੇ ਵਿੱਚ ਹੀ ਮਰ ਗਏ ਤੇ ਬਾਕੀ ਜਾਂ ਤੇ ਜ਼ਮਾਨਤ ਦੀ ਉਡੀਕ ਕਰਦੇ ਆ ਤੇ ਜਾਂ ਮੌਤ ਦੀ ਉਡੀਕ ਕਰਦੇ। ਨੌਨ ਬੇਲੇਬਲ ਇਹ ਕਾਨੂੰਨ ਆ। ਇਸ ਕਾਨੂੰਨ ਨੂੰ ਬਣਾਇਆ ਸੀਗਾ ਅੰਗਰੇਜ਼ ਰਾਜ ਨੇ ਜਦੋਂ ਮੁਸਲਿਮਸ ਪ੍ਰੀਚਰਸ ਨਾਲ ਜਾਂ ਵਹਾਬੀਜ਼ ਜਿਹੜੇ ਸੀਗੇ ਉਹ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਤੇ ਉਹ ਅੰਗਰੇਜ਼ ਰਾਜ ਦਾ ਵਿਰੋਧ ਕਰਦੇ ਸੀ। ਜ਼ਾਹਿਰ ਜਿਹੀ ਗੱਲ ਸੀ, ਸਾਰੇ ਭਾਰਤ ਦੇ ਲੋਕ ਉਸ ਰਾਜ ਦਾ ਵਿਰੋਧ ਕਰਦੇ ਸੀ
ਤੇ ਉਹਨਾਂ ਨੇ ਇਸ ਸ਼ਾਸਨ ਨੂੰ ਇੱਥੇ ਤਕੜੇ ਹੋ ਕੇ ਚਲਾਉਣਾ ਸੀ ਤੇ ਇਸ ਸ਼ਾਸਨ ਨੂੰ ਸਟਰੋਂਗ ਕਰਨਾ ਸੀ ਤਾਂ ਜੋ ਜਿਹੜੇ ਲੋਕ ਆ ਉਹਨਾਂ ਦੇ ਖਿਲਾਫ ਨਾ ਬੋਲਣ ਤੇ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਇੰਪੋਜ਼ ਸਟਰੋਂਗਲੀ ਇੰਪੋਜ਼ ਕਰਨੇ ਸੀ ਤੇ ਲੋਕਾਂ ਨੂੰ ਦਬਾ ਕੇ ਰੱਖਣਾ ਸੀ, ਕਿਉਂਕਿ ਉਹ ਤੇ ਬਾਹਰਲੇ ਲੋਕ ਸੀ, ਬਾਹਰੋਂ ਆਏ ਹੋਏ ਸੀ, ਨਾਲੇ ਆਏ ਦਬਾਉਣ ਸੀ, ਸ਼ਾਸਨ ਕਰਨ ਆਏ ਸੀ ਤੇ ਲੁੱਟ ਖਸੁੱਟ ਉਹਨਾਂ ਦਾ ਜਿਹੜਾ ਮੁੱਦਾ ਸੀ ਕਲੋਨੀਅਲ ਰਾਜ ਸੀ। 1897 ਦੇ ਵਿੱਚ ਲੋਕਮਾਨਿਆ ਤਿਲਕ ਦੇ ਖਿਲਾਫ ਵੀ ਇਹੀ ਕਾਨੂੰਨ ਜਿਹੜਾ ਵਰਤਿਆ। ਉਹ ਕੇਸਰੀ ਨਾਂ ਦੀ ਇੱਕ ਅਖਬਾਰ ਚਲਾਉਂਦੇ ਸੀ ਤੇ ਇੱਕ ਮਰਹਟਾ ਨਾਂ ਦੀ ਅੰਗਰੇਜ਼ੀ ਦੇ ਵਿੱਚ ਪੇਪਰ ਕੱਢਦੇ ਸੀ। ਉਹਦੇ ਵਿੱਚ ਕਿਸੇ ਪ੍ਰੋਫੈਸਰ ਨੇ ਲੇਖ ਲਿਖਿਆ ਸੀ ਤੇ ਉਹਦੇ ਖਿਲਾਫ ਇਸ ਕਾਨੂੰਨ ਦੀ ਵਰਤੋਂ ਹੋਈ ਤੇ ਲੋਕਮਾਨਿਆ ਤਿਲਕ ਨੂੰ ਵੀ ਇਸ ਕਾਨੂੰਨ ਦੇ ਖਿਲਾਫ, ਇਸ ਕਾਨੂੰਨ ਦੇ ਅਧੀਨ ਜਿਹੜੀ ਆ ਸਜ਼ਾ ਹੋਈ। ਮਹਾਤਮਾ ਗਾਂਧੀ ਦੇ ਖਿਲਾਫ 1922 ਦੇ ਵਿੱਚ ਯੰਗ ਇੰਡੀਆ ਦੇ ਵਿੱਚ ਲਿਖਣ ਦੇ ਕਰਕੇ ਇਸੇ ਕੇਸ ਦੀ ਜਿਹੜੀ ਆ ਭੁਗਤਣਾ ਪਿਆ। ਹੁਣ ਸੁਪਰੀਮ ਕੋਰਟ ਦੇ ਵਿੱਚ ਜਸਟਿਸ ਜਸਟਿਸ ਏ.ਐਸ. ਬੋਪਨਾ, ਜਸਟਿਸ ਰਿਸ਼ੀਕੇਸ਼ ਰॉय ਤੇ ਐਨ.ਵੀ. ਰਮਣਾ ਜਿਹੜੇ ਸਾਡੇ ਚੀਫ ਜਸਟਿਸ ਆ, ਤਿੰਨਾਂ ਦੇ ਬੈਂਚ ਦੇ ਕੋਲ ਇੱਕ ਪਟੀਸ਼ਨ ਆਈ ਆ। ਇਹ ਪਟੀਸ਼ਨ ਦਾਇਰ ਕੀਤੀ ਹੈ ਇੱਕ ਫੌਜ ਦੇ ਅਫਸਰ ਨੇ, ਸੇਵਾ ਮੁਕਤ S.G. ਵੋਮਟੇਕਰੇ ਜੀ। ਇਹਦੇ ਨਾਲ ਯੰਗ ਜਿਹੜੀ ਐਡੀਟਰਸ ਗਿਲਡ ਆ, ਜਿਹੜੀ ਲੇਖਕਾਂ ਦੀ ਇੱਕ ਸੁਸਾਇਟੀ ਆ, ਉਹਨਾਂ ਨੇ ਵੀ ਪਟੀਸ਼ਨ ਦਾਇਰ ਕੀਤੀ ਆ ਤੇ ਇੱਕ ਪਟੀਸ਼ਨ ਹੋਰ ਵੀ ਇਸੇ ਕੇਸ ਦੇ ਨਾਲ ਸੰਬੰਧਿਤ ਜਿਹੜੀ ਆ ਇੱਕ ਹੋਰ ਜਸਟਿਸ ਦੇ ਕੋਲ ਪੈਂਡਿੰਗ ਆ, ਜਿਹੜੀ ਜੁਲਾਈ ਦੇ ਅਖੀਰਲੇ ਹਫਤੇ ਜਿਹਦੀ ਸੁਣਵਾਈ ਜਿਹੜੀ ਆ ਲੰਬਿਤ ਆ ਜੀ। ਕੇ ਵੇਣੂਗੋਪਾਲ ਜਿਹੜੇ ਅਟਾਰਨੀ ਜਨਰਲ ਨੇ ਭਾਰਤ ਸਰਕਾਰ ਦੇ, ਉਹ ਇਸ ਕੇਸ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਨੇ ਇੱਕ ਸਰਕਾਰ ਨੂੰ ਜਿਹੜੀ ਦਲੀਲ ਦਿੱਤੀ, ਉਹ ਇਹ ਕਿਹਾ ਕਿ ਕਾਨੂੰਨ ਨੂੰ ਖਤਮ ਨਾ ਕੀਤਾ ਜਾਵੇ। ਦੇਖੋ, ਸਰਕਾਰ ਦੇ ਜਿਹੜੇ ਆਡੀਟਰ ਜਨਰਲ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਆ ਕੇ ਕਹਿ ਰਹੇ ਨੇ ਕਿ ਇਹ ਕਾਨੂੰਨ ਠੀਕ ਹੈ, ਪਰ ਇਹ ਤਾਂ ਬੋਲਣ ਦੀ ਆਜ਼ਾਦੀ ਖੋ ਰਿਹਾ ਸਿੱਧਾ। ਮੈਂ ਉਹੀ ਤੇ ਗੱਲ ਕਰਦਾ। ਜਦੋਂ ਅਸੀਂ ਅੱਜ ਦੇ ਸੰਬੰਧ 'ਚ ਦੇਖਦੇ ਹਾਂ, ਸੁਪਰੀਮ ਕੋਰਟ ਦੇ ਜਸਟਿਸ ਨੇ ਬੜੀ ਸਿੱਧੀ ਇਹ ਗੱਲ ਕਹੀ ਕਿ ਕਿਉਂ ਨਾ ਇਸ ਕਾਨੂੰਨ ਨੂੰ ਖਤਮ ਕਰ ਦਿੱਤਾ ਜਾਵੇ ਜਿਹੜਾ ਕਲੋਨੀਅਲ ਇਰਾ ਦੇ ਵਿੱਚ ਵਰਤਿਆ ਜਾਂਦਾ ਸੀਗਾ ਸਾਡੇ ਲੋਕਾਂ ਦੀ ਆਵਾਜ਼ ਦਬਾਉਣ ਲਈ ਜੀ। ਤੇ ਅੱਜ ਤੇ ਸਾਨੂੰ ਲੋਕਾਂ ਦੀ ਆਵਾਜ਼ ਦਬਾਉਣ ਦੀ ਲੋੜ ਨਹੀਂ। ਮੈਂ ਤੁਹਾਨੂੰ ਹੁਣੇ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਇਸ ਕਾਨੂੰਨ ਦੀ ਜਿਹੜੀ ਵਰਤੋਂ ਆ ਲੋਕਮਾਨਿਆ ਤਿਲਕ ਤੇ ਗਾਂਧੀ ਤੇ ਵੀ ਹੋ ਚੁੱਕੀ ਆ। ਮਹਾਤਮਾ ਗਾਂਧੀ ਜਿਹਨਾਂ ਨੂੰ ਅਸੀਂ ਰਾਸ਼ਟਰਪਿਤਾ ਕਹਿੰਦੇ ਆ, ਤੇ ਕੋਈ ਵੀ ਭਾਰਤ ਦੀ ਪੋਲੀਟੀਕਲ ਪਾਰਟੀ ਉਹਨਾਂ ਦੀ ਕਿਸੇ ਵੀ ਗੱਲ ਨੂੰ ਗਲਤ ਨਹੀਂ ਸਾਬਤ ਕਰਦੀ। ਆਜ਼ਾਦ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਵੀ ਤਾਂ ਹੋਣੀ ਚਾਹੀਦੀ ਹੈ ਨਾ। ਬਿਲਕੁਲ। ਤੇ ਇਹ ਸਿਰਫ ਬੀਜੇਪੀ ਦੇ ਕੁਝ ਲੋਕ ਜਾਂ ਸੰਘ ਨਾਲ ਜੁੜੇ ਹੋਏ ਕੁਝ ਲੋਕ ਜਿਹੜੇ ਨਥੂਰਾਮ ਗੋਡਸੇ ਨੂੰ ਆਈਡੀਅਲ ਮੰਨਦੇ ਨੇ ਜਾਂ ਕੁਝ ਉਹਦੀਆਂ ਗੱਲਾਂ ਕਰਦੇ ਨੇ, ਅਸੀਂ ਹਾਲਾਂਕਿ ਉਸ ਚੀਜ਼ ਨੂੰ ਵੀ ਐਕਸੈਪਟ ਕਰਦੇ ਹਾਂ ਕਿ ਵਿਚਾਰਾਂ ਦੀ ਆਜ਼ਾਦੀ ਜਿਹੜੀ ਆ ਹੋਣੀ ਚਾਹੀਦੀ ਆ। ਹਿੰਸਾ ਦੀ ਵਿਚਾਰਾਂ ਦੇ ਵਿੱਚ ਕਿਤੇ ਜਗ੍ਹਾ ਨਹੀਂ ਹੋਣੀ ਚਾਹੀਦੀ। ਜੇ ਅਸੀਂ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤੇ ਇਸ ਕਾਨੂੰਨ ਦੀ ਵਰਤੋਂ ਜਿਹੜੀ ਆ ਉਹ ਅਣਗਿਣਤ ਵਾਰ ਹੋਈ ਹੈ ਜੀ। 2003 ਦੇ ਵਿੱਚ ਪ੍ਰਵੀਨ ਤੋਗੜੀਆ ਦੇ ਉੱਤੇ ਵਰਤੋਂ ਹੋਈ, ਜਿਹੜੇ ਵਿਸ਼ਵ ਹਿੰਦੂ ਪਰਿਸ਼ਦ ਦੇ ਲੀਡਰ ਸੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ 2005 ਵਿੱਚ ਸਿਮਰਨਜੀਤ ਸਿੰਘ ਮਾਨ ਜਿਹੜੇ ਇੱਕ IPS ਅਫਸਰ ਸੀ, ਉਹਨਾਂ ਨੇ ਪੰਜਾਬ ਦੇ ਵਿੱਚ ਕੁਝ ਗੱਲਾਂ ਕੀਤੀਆਂ, ਉਹਨਾਂ ਦੇ ਉੱਤੇ ਵੀ ਇਸ ਕਾਨੂੰਨ ਦੀ ਵਰਤੋਂ ਹੋਈ। 2010 ਦੇ ਵਿੱਚ ਬੜੀ ਮਸ਼ਹੂਰ ਲੇਖਕ ਅਰੁੰਧਤੀ ਰॉय ਨੇ, ਉਹਨਾਂ ਤੇ ਵੀ ਹੋਈ ਜੀ। ਕਿ ਤੁਹਾਡੇ ਤਾਮਿਲਨਾਡੂ ਦੇ ਵਿੱਚ ਇੱਕ ਪਰਮਾਣੂ ਪਲਾਂਟ ਸੀਗਾ, ਉਹਦੇ ਵਿਰੋਧ ਦੇ ਵਿੱਚ ਲੋਕ ਇਕੱਠੇ ਹੋਏ ਤੇ 23,000 ਬੰਦਾ ਉਹਨਾਂ ਨੇ ਇਸ ਕਾਨੂੰਨ ਦੇ ਅਧੀਨ ਚੱਕ ਕੇ ਅੰਦਰ ਰੱਖਤਾ ਤੇ 9,000 ਬੰਦੇ ਦੇ ਤਾਂ ਸੈਡੀਸ਼ਨ ਦਾ ਚਾਰਜਸ ਲਾਤੇ ਜੀ। ਸੋ ਇਹ ਸਾਰੀਆਂ ਜਿਹੜੀਆਂ ਜਦੋਂ ਅਸੀਂ ਗੱਲਾਂ ਨੂੰ ਦੇਖਦੇ ਹਾਂ, ਪੜ੍ਹਦੇ ਹਾਂ, ਸਮਝਦੇ ਹਾਂ ਤੇ ਗੱਲ ਇਹੀ ਆਉਂਦੀ ਆ ਵੀ ਬਹੁਤ ਸਾਰੇ ਕਾਨੂੰਨ ਨੇ ਜਿਹੜੇ IPC ਦੇ ਅਧੀਨ ਬਣੇ ਹੋਏ ਨੇ ਜਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਕਾਨੂੰਨਾਂ ਨੂੰ ਬਦਲਿਆ ਵੀ ਆ ਤੇ ਬਹੁਤ ਸਾਰੇ ਕਾਨੂੰਨ ਜਿਹੜੇ ਬਦਲਣ ਦੀ ਲੋੜ ਵੀ ਆ। ਹਾਲਾਂਕਿ ਬਹੁਤ ਸਾਰੇ ਲੋਕ ਹਿੰਦੁਸਤਾਨ ਦੇ ਵਿੱਚ ਦਬਵੀਂ ਆਵਾਜ਼ ਦੇ ਵਿੱਚ ਜਾਂ ਖੁੱਲੀ ਆਵਾਜ਼ ਦੇ ਵਿੱਚ ਇਹ ਵੀ ਕਹਿ ਚੁੱਕੇ ਨੇ ਕਿ ਸੰਵਿਧਾਨ ਨੂੰ ਵੀ ਬਦਲਣ ਦੀ ਲੋੜ ਆ। ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਇਸੇ ਸੰਵਿਧਾਨ ਨੂੰ ਵੀ ਇੱਕ ਵਾਰ ਜਲਾ ਚੁੱਕੇ ਜੀ। ਮੈਂ ਇਸ ਗੱਲ ਦੀ ਤਸ਼ਬੀਹ ਨਹੀਂ ਕਰਦਾ ਕਿ ਇਹ ਗੱਲ ਠੀਕ ਆ, ਪਰ ਇਹ ਗੱਲ ਬਿਲਕੁਲ ਦਰੁਸਤ ਆ ਕਿ ਜਿਹੜੀ ਚੇਂਜ ਆ ਉਹ ਕੁਦਰਤ ਦਾ ਨਿਯਮ ਆ, ਪਰਿਵਰਤਨ ਕੁਦਰਤ ਦਾ ਨਿਯਮ ਆ। ਅਸੀਂ ਇਹ ਛੋਟੇ ਹੁੰਦੇ ਤੋਂ ਇਹ ਗੱਲਾਂ ਪੜ੍ਹਦੇ ਹਾਂ। ਕਾਨੂੰਨ 1860 ਦੇ ਵਿੱਚ ਬਣ ਗਿਆ, ਹੁਣ 1960 ਵੀ ਲੰਘ ਗਿਆ, 2020 ਆ ਗਿਆ, 150 ਸਾਲ ਤੋਂ ਜ਼ਿਆਦਾ ਦਾ ਟਾਈਮ ਹੋ ਗਿਆ, 160 ਸਾਲ ਹੋ ਗਏ। ਤੇ ਇਸ ਕਾਨੂੰਨ ਦੇ ਉੱਤੇ ਜਿਹੜੀ ਨਜ਼ਰਸਾਨੀ ਹੋਣੀ ਚਾਹੀਦੀ ਆ। ਜਿਹੜੀਆਂ ਚੀਜ਼ਾਂ ਖਰਾਬ ਨੇ ਉਹ ਬਦਲ ਦੇਣੀਆਂ ਚਾਹੀਦੀਆਂ ਨੇ ਜੀ। ਘਰਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਦੋਂ ਸਮਾਂ ਪਾ ਕੇ ਉਹਨਾਂ ਦੀ ਲੋੜ ਨਹੀਂ ਰਹਿੰਦੀ ਤੇ ਉਹ ਫਿਰ ਖਤਮ ਹੋ ਜਾਂਦੀਆਂ ਨੇ। ਵਿਰਾਸਤੀ ਘਰਾਂ 'ਚ ਪਈਆਂ ਰਹਿੰਦੀਆਂ ਨੇ ਤੇ ਹੌਲੀ ਹੌਲੀ ਉਹ ਵਿਰਾਸਤੀ ਘਰਾਂ 'ਚੋਂ ਵੀ ਖਤਮ ਹੋ ਜਾਂਦੀਆਂ ਨੇ। ਜਦੋਂ ਬਿਜਲੀ ਆ ਗਈ ਆ ਤੇ ਹੁਣ ਲਾਲਟੇਨ ਦੀ ਕੀ ਲੋੜ ਹੈ? ਬਿਲਕੁਲ। ਇੱਕ ਜ਼ਮਾਨਾ ਸੀ ਜਦੋਂ ਅਸੀਂ ਕਹਿੰਦੇ ਸੀ ਕਿ ਥੋੜੀ ਦੇਰ ਲਈ ਬਿਜਲੀ ਜਾਂਦੀ ਆ ਤੇ ਲਾਲਟੇਨ ਨੂੰ ਜਾਂ ਮੋਮਬੱਤੀ ਨੂੰ ਰੱਖ ਲਈਏ, ਪਰ ਹੁਣ ਤੇ ਅਲਟਰਨੇਟ એનર્ਜੀ ਦੇ ਰਿਸੋਰਸਸ ਨੇ, ਇਨਵਰਟਰਸ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਸੋ ਇਹਨਾਂ ਕਾਨੂੰਨਾਂ ਤੇ ਜਦੋਂ ਨਜ਼ਰਸਾਨੀ ਦੀ ਗੱਲ ਸੁਪਰੀਮ ਕੋਰਟ ਕਰਦੀ ਆ, 3-4 ਪਟੀਸ਼ਨਾਂ ਉਹਦੇ ਤੇ ਸੁਣਵਾਈ ਲਈ ਨੇ। ਚੀਫ ਜਸਟਿਸ ਆਫ ਇੰਡੀਆ ਨੇ, ਨਾਲ 2 ਨੇ, ਮਤਲਬ ਇੱਕ ਇਕੱਲੇ ਜਸਟਿਸ ਹੁੰਦੇ ਨੇ ਤੇ ਇੱਕ ਬੈਂਚ ਬਣ ਜਾਂਦਾ। ਉਹ ਬੈਂਚ ਉਹਦੀ ਸੁਣਵਾਈ ਕਰ ਰਿਹਾ ਤੇ ਪਰ ਜਿਹੜੇ ਸਰਕਾਰ ਦੇ ਨੁਮਾਇੰਦੇ ਨੇ, ਆਡੀਟਰ ਜਨਰਲ, ਇਹ ਕਹਿ ਰਹੇ ਨੇ ਕਿ ਨਹੀਂ, ਕਾਨੂੰਨ ਦੀ ਲੋੜ ਹੈਗੀ ਆ। ਕਾਨੂੰਨ ਦੀ ਲੋੜ ਫਿਰ ਇਹਨਾਂ ਨੂੰ ਕਿਉਂ ਆ
ਕਿਉਂਕਿ ਇਹ ਜਿਹੜੇ ਨੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਤੇ ਉਹੀ ਜਿਹੜੇ ਹੰਟਰ ਨੇ ਉਹਨੂੰ ਚਲਾਉਣਾ ਚਾਹੁੰਦੇ ਨੇ। ਤੇ ਫਿਰ ਇਸ ਗੱਲ ਦਾ ਦਮਗਜਾ ਕਿਉਂ ਮਾਰਦੇ ਆ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡਾ ਲੋਕਤੰਤਰ ਆ, ਕਿ ਅਸੀਂ ਵੋਟਾਂ ਪਾ ਕੇ ਸਰਕਾਰ ਚੁਣੀ ਆ। ਜੇ ਤੁਸੀਂ ਹਜ਼ਾਰਾਂ ਬੰਦਿਆਂ ਨੂੰ 100 ਬੰਦਿਆਂ ਨੂੰ ਜ਼ਮਾਨਤ ਵੀ ਨਹੀਂ ਲੈਣ ਦੇਣੀ ਸਿਰਫ ਤੁਹਾਡੇ ਖਿਲਾਫ ਕੀਤੀ ਹੋਈ ਗੱਲ ਲਈ, ਬਿਲਕੁਲ ਤੁਸੀਂ ਆਪਣੀ ਗੱਲ ਦੇ ਵਿੱਚ ਨੁਕਸ ਸੁਣਨ ਲਈ ਤਿਆਰ ਹੀ ਨਹੀਂ, ਤੇ ਫਿਰ ਤੁਸੀਂ ਕਿਉਂ ਕਹਿੰਦੇ ਆ ਕਿ ਲੋਕਤੰਤਰ ਆ। ਸੋ ਇਹ ਜਿਹੜੀਆਂ ਗੱਲਾਂ ਨੇ ਧਿਆਨ ਮੰਗਦੀਆਂ ਨੇ। ਆਉਣ ਵਾਲੇ ਸਮੇਂ 'ਚ ਦੇਖਿਆ ਜਾਵੇਗਾ ਕਿ ਇਹਦੇ ਤੇ ਸੁਣਵਾਈ ਕਿ ਜਿਹੜੀ ਆ ਉਹ ਚੱਲੇਗੀ ਜੀ। ਕੋਰਟ ਨੇ ਆਪਣੇ ਗੱਲ ਦੱਸੀ ਆ ਤੇ ਬਹੁਤ ਸਾਰੇ ਲੋਕਾਂ ਨੇ ਉਹਦੇ 'ਚ ਆਪਣੇ ਪੱਖ ਰੱਖੇ ਨੇ। ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਜਿਹੜੀਆਂ ਬਾਕੀ ਦੀਆਂ 3 ਪਟੀਸ਼ਨਾਂ ਆ ਉਹਨਾਂ ਨੂੰ ਵੀ ਇਕੱਠਿਆਂ ਕਰ ਦਿੱਤਾ ਜਾਵੇ, ਕਿਉਂਕਿ ਸਾਰਿਆਂ ਦਾ ਮੰਤਵ ਤੇ ਮਨੋਰਥ ਇੱਕੋ ਹੀ ਆ ਜੀ। ਗੱਲ ਇਕੱਲੇ 124 ਦੀ ਨਹੀਂ ਸਵਲੀਨ ਜੀ, ਜਦੋਂ ਅਸੀਂ ਸੰਵਿਧਾਨ ਨੂੰ ਜਾਂ IPC ਨੂੰ ਦੇਖਦੇ ਹਾਂ ਤੇ ਬਹੁਤ ਸਾਰੀਆਂ ਮਦਾਂ, ਬਹੁਤ ਸਾਰੇ ਕਾਨੂੰਨ ਇਹੋ ਜਿਹੇ ਨੇ ਜਿਨ੍ਹਾਂ ਨੂੰ ਬਿਲਕੁਲ ਰੱਦ ਕਰਨ ਦੀ ਲੋੜ ਆ, ਅਬੋਲਿਸ਼ ਕਰਨ ਦੀ ਲੋੜ ਆ, ਤੇ ਬਹੁਤ ਸਾਰੇ ਹੋਰ ਵੀ ਇਹੋ ਜਿਹੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਉਹ ਚੇਂਜਸ ਕਰਨ ਦੀ ਲੋੜ ਆ। ਕਿਉਂ ਸਰਕਾਰ, ਦੇਖੋ ਐਡੀਟਰ ਜਨਰਲ ਦੀ ਗੱਲ ਤੇ ਫਿਰ ਆਈਏ, ਉਹ ਆਪ ਐਡਵੋਕੇਟ ਨੇ, ਸੀਨੀਅਰ ਐਡਵੋਕੇਟ ਰਹੇ ਨੇ ਸੁਪਰੀਮ ਕੋਰਟ 'ਚ, ਫਿਰ ਉਹ ਇਹ ਗੱਲ ਕਹਿ ਰਹੇ ਨੇ ਸਾਰੀਆਂ ਗੱਲਾਂ ਜਾਣਦੇ ਹੋਏ ਵੀ ਕਿਉਂ ਜੋ ਸਰਕਾਰ ਦਾ ਪੱਖ ਰੱਖਣਾ ਹੈ। ਗੱਲ ਸਿਰਫ ਇਹ ਆ ਕਿ ਸਰਕਾਰ ਨੂੰ ਇਹੋ ਜਿਹੇ ਜਿਹੜੇ ਕਾਨੂੰਨ ਆ ਉਹ ਲੋੜੀਂਦੇ ਨੇ ਜੀ। ਬਹੁਤ ਸਮਾਂ ਦੇਖਿਆ ਅਸੀਂ, ਬਹੁਤ ਸਾਰੀਆਂ ਸਟੇਟਸ ਦੇ ਵਿੱਚ ਲੜਾਈ ਰਹਿੰਦੀ ਆ। ਕਈ ਵਾਰ ਕਹਿੰਦੇ ਆ ਕਿ ਬਹੁਤ ਲੋਕ ਇਕੱਠੇ ਹੁੰਦੇ ਨੇ, ਉਹਨਾਂ ਦਾ ਹਜੂਮ ਬਣਦਾ ਜਾਂ ਉਹ ਅੰਦੋਲਨ ਕਰਦੇ ਨੇ ਕਿ ਸਾਨੂੰ ਵੱਖਰੀ ਸਟੇਟ ਚਾਹੀਦੀ ਹੈ। ਉਹਨੂੰ ਦਬਾਉਣ ਲਈ ਫਿਰ ਸਰਕਾਰ ਹੋਰ ਹੱਥ ਕੰਡੇ ਅਪਣਾਉਂਦੀ ਆ। ਨੈਕਸਲਾਈਟਸ ਮੂਵਮੈਂਟਸ ਆਈਆਂ, ਟੈਰਰਿਜ਼ਮ ਦਾ ਦੌਰ ਪੰਜਾਬ ਨੇ ਵੀ ਦੇਖਿਆ, ਹਿੰਦੁਸਤਾਨ ਦੇ ਬਾਕੀ ਰਾਜਾਂ ਨੇ ਵੀ ਦੇਖਿਆ। ਸਾਨੂੰ ਜੇ ਰਾਸ਼ਟਰ ਧਰੋਹ ਜਿਹੜਾ ਆ ਜਾਂ ਦੇਸ਼ ਧਰੋਹ ਆ ਉਹਦੀ ਪਰਿਭਾਸ਼ਾ ਨੂੰ ਸਮਝਣਾ ਪਵੇਗਾ। ਸਿਰਫ ਜ਼ੁਬਾਨ ਨਾਲ ਬੋਲੀ ਹੋਈ ਗੱਲ ਜਾਂ ਕੋਈ ਤੁਹਾਡੀ ਗੱਲ ਦਾ ਵਿਰੋਧ ਕਰਨਾ ਹੀ ਰਾਸ਼ਟਰ ਧਰੋਹ ਨਹੀਂ ਬਣ ਜਾਏਗਾ। ਜੇ ਤਾਂ ਕੋਈ ਬੰਦਾ ਉਲਟੀ ਗੱਲ ਕਰ ਰਿਹਾ, ਉਹ ਦੇਸ਼ ਦੇ ਗੱਲ ਖਿਲਾਫ ਆ, ਫਿਰ ਤੇ ਉਹ ਰਾਸ਼ਟਰ ਧਰੋਹ ਮੰਨਿਆ ਜਾਊਗਾ। ਤੇ ਜੇ ਤੁਹਾਡੀ ਪਾਸ ਕੀਤੇ ਹੋਏ ਕਿਸੇ ਕਾਨੂੰਨ ਦੇ ਵਿੱਚ, ਤੁਹਾਡੀ ਬਣਾਈ ਹੋਈ ਕਿਸੇ ਸਕੀਮ ਦੇ ਵਿੱਚ ਉਹਨਾਂ ਨੂੰ ਕੋਈ ਸ਼ੱਕ ਦੀ ਜਾਂ ਜਾਤੀਵਾਦ ਦੀ ਜਾਂ ਕੋਈ ਧਰਮ ਦੀ ਬੋ ਆਉਂਦੀ ਆ ਤੇ ਤੁਹਾਡੀ ਖਿਲਾਫਤ ਨਹੀਂ, ਉਹਨੂੰ ਤੁਸੀਂ ਖਿਲਾਫਤ ਦੇ ਤੌਰ ਤੇ ਨਾ ਦੇਖੋ। ਡੈਮੋਕ੍ਰੇਸੀ ਬੇਸਿਕਲੀ ਹੈ ਕੀ ਜੀ? ਸਾਰੇ ਭਾਰਤ ਦੇ ਵਿੱਚੋਂ ਲੋਕ ਇਕੱਠੇ ਹੋ ਕੇ ਉੱਥੇ ਜੁੜਨਗੇ, ਉਹ ਮੁੱਦਿਆਂ ਦੇ ਉੱਤੇ ਵਿਚਾਰ ਕਰਨਗੇ, ਖੱਬਾ ਪਾਸਾ ਵੀ ਦੇਖਣਗੇ, ਸੱਜਾ ਪਾਸਾ ਵੀ ਦੇਖਣਗੇ, ਉੱਪਰਲਾ ਹਿੱਸਾ ਵੀ ਦੇਖਣਗੇ, ਥੱਲੇ ਵਾਲਾ ਵੀ ਦੇਖਣਗੇ, ਪੜਚੋਲ ਕਰਨਗੇ, ਫੇਰ ਹੀ ਉਹਦੇ 'ਚ ਕੋਈ ਗੱਲ ਸਾਹਮਣੇ ਆਊਗੀ। ਪਰ ਇਸ ਮੁਲਕ 'ਚ ਲੋਕਾਂ ਦੀ ਨਹੀਂ ਨਾ ਸੁਣੀ ਜਾਂਦੀ, ਇਸ ਮੁਲਕ 'ਚ ਥੋਪਿਆ ਜਾਂਦਾ ਸਾਰਾ ਕੁਝ। ਦੇਖੋ, ਜੇ ਇਹ ਮੈਂ ਕਹਿੰਦਾ 1870 ਦੀ ਗੱਲ ਕਰ ਲਈਏ, 30 ਸਾਲ ਉਹਦੇ ਲਾ ਲਈਏ ਤਾਂ 100, ਉਹ ਤਾਂ 150 ਸਾਲ ਹੋ ਗਿਆ। 150 ਸਾਲ ਬਾਅਦ ਜੇ ਇੱਕ ਕਾਨੂੰਨ ਨੂੰ ਬਦਲਣ ਦੀ ਗੱਲ ਤੇ ਵੀ ਜੋ ਐਡੀਟਰ ਜਨਰਲ ਕਹਿੰਦੇ ਨੇ ਕਿ ਨਹੀਂ ਇਹਨੂੰ ਬਦਲਿਆ ਜਾਣਾ ਚਾਹੀਦਾ, ਪਰ ਉਹਨਾਂ ਨੇ ਇਹ ਗੱਲ ਮੰਨੀ ਆ ਕਿ ਇਹਦੇ 'ਚ ਜਿਹੜੀਆਂ ਖਾਮੀਆਂ ਆ ਉਹਦੇ ਲਈ ਹੋਰ ਜਿਹੜੀਆਂ ਨੀਤੀਆਂ ਤੈਅ ਕਰ ਲਓ ਜਾਂ ਉਹਦੇ ਲਈ ਕੋਈ ਰਸਤੇ ਬਣਾ ਲਓ ਜਾਂ ਉਹਦੇ 'ਚ ਕੋਈ ਸੰਸ਼ੋਧ ਕਰ ਲਓ, ਪਰ ਉਹਨੂੰ ਕਾਨੂੰਨ ਉਹਨਾਂ ਨੂੰ ਚਾਹੀਦਾ। ਠੀਕ ਹੈ, ਦੇਸ਼ ਧਰੋਹ ਲਈ ਜਾਂ ਰਾਸ਼ਟਰ ਧਰੋਹ ਲਈ ਕਾਨੂੰਨ ਚਾਹੀਦੇ, ਪਰ ਉਹਦੀ ਜਿਹੜੀ ਪਰਿਭਾਸ਼ਾ ਆ ਉਹਨੂੰ ਉਹਦਾ ਮੁਲਾਂਕਣ ਕਰਨ ਦੀ ਲੋੜ ਆ, ਉਹਨਾਂ ਨੂੰ ਬਦਲਣ ਦੀ ਲੋੜ ਆ। ਅੰਗਰੇਜ਼ਾਂ ਵਾਲੇ ਕਾਨੂੰਨ 150 ਸਾਲ ਪੁਰਾਣੇ ਜਿਹੜੇ ਠੀਕ ਨੇ ਉਹਨਾਂ ਨੂੰ ਰਹਿਣ ਦਿਓ। ਬਿਲਕੁਲ, ਸੰਵਿਧਾਨ ਤੁਸੀਂ ਸਾਰਾ ਉਹਨਾਂ ਤੋਂ ਪੜ੍ਹ ਕੇ ਕਾਪੀ ਕੀਤਾ ਸੀ, ਉਹ ਚੰਗਾ ਆ, ਉਹਦੇ 'ਚ ਬਹੁਤ ਸਾਰੀਆਂ ਚੀਜ਼ਾਂ ਚੰਗੀਆਂ ਨੇ, ਤੇ ਪਰ ਜਿਨ੍ਹਾਂ ਚੀਜ਼ਾਂ ਦੇ ਵਿੱਚ ਬਦਲਣ ਦੀ ਲੋੜ ਆ ਉਹਦੇ 'ਚ ਬਦਲਾਵ ਜਿਹੜਾ ਆ ਉਹ ਤੁਰੰਤ ਆਧਾਰ ਤੇ ਕੀਤਾ ਜਾਣਾ ਚਾਹੀਦਾ ਜੀ। ਹੋਰ ਵੀ ਸਿਆਸੀ ਹਲਚਲਾਂ ਤੇ ਝਾਤ ਪਾਵਾਂਗੇ, ਪਰ ਮਿਲਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਬ੍ਰੇਕ ਤੋਂ ਬਾਅਦ ਅਗਲੀ ਗੱਲ ਪੰਜਾਬ ਦੀ ਰਾਜਨੀਤੀ ਦੀ ਕਰਾਂਗੇ। ਸ਼ਰਮਾ ਜੀ, ਕੱਲ ਬੜਾ ਰੌਲਾ ਰੱਪਾ ਪੈਂਦਾ ਰਿਹਾ ਪੂਰਾ ਦਿਨ ਵੀ ਕਾਂਗਰਸ ਜਿਹੜੀ ਉਹ ਦਫਾੜ ਹੋਣੋਂ ਬਚ ਗਈ ਆ, ਸਿੱਧੂ ਸਾਹਿਬ ਨੂੰ ਪ੍ਰਧਾਨਗੀ ਮਿਲ ਗਈ ਆ, 2 ਕਾਰਜਕਾਰੀ ਪ੍ਰਧਾਨ ਬਣਾਤੇ ਨੇ, ਤੇ ਅੱਜ ਗੱਲ ਕੋਈ ਹੋਰ ਹੀ ਨਿਕਲ ਆਈ ਆ। ਉਹ ਰਾਵਤ ਨੇ ਸ਼ਰਾਰਤ ਕਰਤੀ ਸੀ ਕਿ ਸੱਚੀ ਅੰਦਰ ਖਾਤੇ ਪ੍ਰਧਾਨਗੀ ਮਿਲੀ। ਤੁਹਾਨੂੰ ਜ਼ਿਆਦਾ ਪਤਾ, ਕਿਉਂਕਿ ਤੁਸੀਂ ਕੱਲ ਹੀ ਕਹਿੰਦੇ ਸੀ ਕਿ ਪ੍ਰੋਗਰਾਮ ਦੀ ਆਪਾਂ ਡਿਟੇਲ ਜ਼ਿਆਦਾ ਨਾ ਕਰੀਏ, ਕਿਉਂਕਿ ਤੁਸੀਂ ਇਹੀ ਗੱਲ ਕਹੀ ਸੀ ਕੱਲ ਕਿ ਰਾਵਤ ਸ਼ਾਮ ਨੂੰ ਮੁੱਕਰ ਵੀ ਸਕਦਾ। ਹੁਣ ਪਹਿਲਾਂ ਮੈਨੂੰ ਦੱਸੋ, ਤੁਹਾਡੇ ਸੂਤਰ ਕਿੱਥੇ ਨੇ? ਸੂਤਰ ਅੱਜ ਤੱਕ ਕਿਸੇ ਨੂੰ ਦਿਖੇ ਨਹੀਂ, ਤੇ ਮੈਂ ਵੀ ਆਪਣੇ ਸੂਤਰ ਨਹੀਂ ਦਿਖਾਉਣੇ। ਮਤਲਬ ਹੈਗੇ ਚਲੋ ਬਿਲਕੁਲ ਠੀਕ ਹੈ ਜੀ। ਰਾਵਤ ਸਾਹਿਬ ਨੇ ਕੱਲ ਸਵੇਰੇ ਗੱਲ ਦਿਨ ਚੜ੍ਹਦੇ ਨੂੰ ਇਹ ਗੱਲ ਕਹਿਤੀ ਸੀ ਕਿ ਪੰਜਾਬ ਦੀ ਜਿਹੜੀ ਕਲਾ ਆ ਉਹਦਾ ਅਸੀਂ ਰਿਜ਼ਲਟ ਜਿਹੜਾ ਆ ਉਹਦਾ ਹੱਲ ਜਿਹੜਾ ਅਸੀਂ ਲੱਭ ਲਿਆ, ਸਿੱਧੂ ਸਾਹਿਬ ਨੂੰ ਅਸੀਂ ਪਾਰਟੀ ਦੀ ਪ੍ਰਧਾਨਗੀ ਦੇ ਦੇਣੀ ਆ ਤੇ 2 ਜਿਹੜੇ ਨੇ ਕਾਰਜਕਾਰੀ ਪ੍ਰਧਾਨ ਬਣਾ ਦੇਣੇ। ਕੱਲ ਸਾਰਾ ਦਿਨ ਇਹ ਜਿਹੜੀਆਂ ਖਬਰਾਂ ਚੱਲਦੀਆਂ ਰਹੀਆਂ, ਤੇ ਜਦੋਂ ਫਿਰ ਕੈਪਟਨ ਸਾਹਿਬ ਨੇ ਆਪਣੇ ਮੀਟਿੰਗ ਸ਼ੁਰੂ ਕਰ ਦਿੱਤੀ, ਸੀਸਵਾ ਫਾਰਮ ਤੇ ਵੀ ਕਹਿੰਦੇ ਹੱਲਾ ਗੁੱਲਾ ਹੋ ਗਿਆ, ਤੇ ਸਿੱਧੂ ਸਾਹਿਬ ਨੇ ਆਪਣੀ ਮੀਟਿੰਗ ਸ਼ੁਰੂ ਕਰ ਦਿੱਤੀ। ਇਹ ਕੋਈ ਨਹੀਂ ਦੱਸਦਾ ਵੀ ਕੌਣ ਕਿੱਥੇ ਬੈਠਾ ਸੀ ਮੀਟਿੰਗ 'ਚ, ਨਹੀਂ ਇਹ ਤੁਹਾਨੂੰ ਪਤਾ ਹੋਣਾ ਕਿਉਂਕਿ ਸੂਤਰ ਤੁਹਾਡੇ ਤਕੜੇ ਨੇ। ਪਰ ਜਦੋਂ ਸੋਨੀਆ ਗਾਂਧੀ ਨਾਲ ਫਿਰ ਕੈਪਟਨ ਦੀ ਗੱਲ ਹੁੰਦੀ ਹੈ ਤੇ ਰਾਵਤ ਸਾਹਿਬ ਫਿਰ ਤੁਹਾਡੇ ਕਹੇ ਅਨੁਸਾਰ ਆਪਣੇ ਬਿਆਨ ਤੋਂ ਮੁੱਕਰ ਗਏ। ਤੁਸੀਂ ਮੁਕਰਾਤੇ ਹੋ। ਦੇਖੋ, ਇਹ ਗੱਲ ਸਵਲੀਨ ਜੀ ਮਜ਼ਾਕ ਵੱਖਰੀ ਜਗ੍ਹਾ ਆ, ਪਰ ਇਹ ਗੱਲ ਇਹ ਆ ਕਿ ਅਸੀਂ ਇਹ ਗੱਲ ਬਹੁਤ ਦਿਨਾਂ ਤੋਂ ਕਹਿ ਰਹੇ ਹਾਂ ਕਿ ਹਾਈ ਕਮਾਂਡ ਦੇ ਕੋਲ ਹਾਈ ਕਮਾਂਡ ਵਾਲਾ ਦਬਕਾ, ਦਾਬਾ, ਜਾਬਤਾ ਤੇ ਜੁਰਤ ਜਿਹੜੀ ਆ ਉਹ ਹੈ ਨਹੀਂ। ਹੁਣ ਫੇਰ ਸਵੇਰ ਦੀਆਂ ਉਹੀ ਗੱਲਾਂ ਚੱਲ ਰਹੀਆਂ ਵੀ ਸਿੱਧੂ ਸਾਹਿਬ, ਕੈਪਟਨ ਸਾਹਿਬ ਆਪਣੀਆਂ ਮੀਟਿੰਗਾਂ 'ਚ ਬਿਜ਼ੀ ਨੇ ਤੇ
ਸਿੱਧੂ ਸਾਹਿਬ ਫਿਰ ਸੋਨੀਆ ਗਾਂਧੀ ਨੂੰ ਮਿਲੇ ਨੇ ਤੇ ਮਿਲ ਕੇ ਬਾਹਰ ਆਏ ਨੇ ਤੇ ਉਹਨਾਂ ਨੇ ਕੁਝ ਨਹੀਂ ਕਿਹਾ, ਮੀਡੀਆ ਨੂੰ ਕੁਝ ਨਹੀਂ ਦੱਸਿਆ। ਤੇ ਰਾਵਤ ਨੇ ਵੀ ਇਹੀ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਜਿਹੜਾ ਫੈਸਲਾ ਆ ਉਹ ਸਾਰਿਆਂ ਦੇ ਸਾਹਮਣੇ ਰਾਵਤ ਸਾਹਿਬ ਦੇ ਕਹਿੰਦੇ ਸੀ 8 ਜੁਲਾਈ ਨੂੰ, 9 ਜੁਲਾਈ ਨੂੰ, 10 ਜੁਲਾਈ ਨੂੰ ਫੈਸਲਾ ਆ ਜਾਣਾ। ਰਾਵਤ ਸਾਹਿਬ ਨੂੰ ਆਦਤ ਪੈ ਗਈ ਤੀਲੀ ਜੀ ਲਾ ਕੇ ਦੌੜ ਜਾਂਦੇ ਨੇ ਆਪ। ਨਹੀਂ, ਤੀਲੀ ਜੀ ਲਾ ਕੇ ਤੇ ਨਹੀਂ ਦੌੜਦੇ। ਤੁਸੀਂ ਇਹਨਾਂ ਨੂੰ ਕਹਿ ਸਕਦੇ, ਇਦਾਂ ਕਹਿ ਸਕਦੇ ਆ, ਇਹ ਨਾ ਕਰੰਟ ਚੈੱਕ ਕਰਦੇ ਆ ਕਿ ਜੇ ਅਸੀਂ ਇਦਾਂ ਕੁਝ ਕਰੀਏ ਤੇ ਕੀ ਹੋਵੇਗਾ। ਗੱਲ ਉਹੀ ਆ ਕਿ ਕੱਲ ਹਿੰਮਤ ਜਾਂ ਹੌਸਲਾ ਜਾਂ ਜੁਰਤ, ਤੇ ਦੂਸਰੀ ਗੱਲ ਇਹ ਆ ਕਿ ਲੀਡਰ ਦੋਨੋਂ ਵੱਡੇ ਨੇ, ਉਹ ਹਾਈ ਕਮਾਂਡ ਦੀ ਗੱਲ ਸੁਣਦੇ ਹੀ ਨਹੀਂ ਤੇ ਮੰਨਦੇ ਹੀ ਨਹੀਂ ਜੀ। ਲੋੜ ਜੇ ਅਸੀਂ ਕਾਂਗਰਸ ਪਾਰਟੀ ਦੇ ਨਜ਼ਰੀਏ ਤੋਂ ਦੇਖੀਏ ਤਾਂ ਲੋੜ ਆ ਇਹਨਾਂ ਦੋਨਾਂ ਲੀਡਰਾਂ ਨੂੰ ਇਕਜੁੱਟ ਹੋ ਕੇ ਇਲੈਕਸ਼ਨ ਜਿੱਤਣ ਦੀ। ਜਿੱਤਣਗੇ ਤਾਂ ਜੇ ਦੋਨੋਂ ਇਕਜੁੱਟ ਹੋਣਗੇ ਤਦ। ਦੂਜੀਆਂ ਪਾਰਟੀਆਂ ਵੀ ਇਸੇ ਗੱਲ ਨੂੰ ਦੇਖ ਰਹੀਆਂ ਤੇ ਕੀ ਕਰਨਾ ਤੇ ਕੀ ਨਹੀਂ ਕਰਨਾ। ਪਰ ਇਹ ਦੋਨੋਂ ਆਪਣੇ ਆਪਣੇ ਧੜੇ ਨੂੰ ਮਜ਼ਬੂਤ ਕਰਕੇ ਤੇ ਆਪਣੇ ਬਲਬੂਤੇ ਤੇ ਜਿੱਤ ਕੇ ਤੇ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਆ। ਜਿਹੜੀ ਤੁਸੀਂ ਦੋ ਫਾੜ ਕਰਨ ਦੀ ਗੱਲ ਕੀਤੀ, ਹਾਲਾਂਕਿ ਦੋਨੇ ਇਸ ਗੱਲ ਤੋਂ ਇਨਕਾਰੀ ਨੇ। ਸਿੱਧੂ ਸਾਹਿਬ ਨੇ ਬਹੁਤ ਪਹਿਲਾਂ ਇਹ ਗੱਲ ਕਹਿਤੀ ਸੀ ਕਿ ਮੈਂ ਪਾਰਟੀ ਛੱਡ ਕੇ ਨਹੀਂ ਜਾਣੀ, ਮੈਂ ਅਹੁਦੇ ਦੀ ਲੜਾਈ ਨਹੀਂ ਲੜ ਰਿਹਾ, ਮੈਂ ਤੇ ਮੁੱਦਿਆਂ ਦੀ ਗੱਲ ਕਰਦਾ। ਪਹਿਲਾਂ ਉਹ ਅਹੁਦੇ ਦੀ ਲੜਾਈ ਸ਼ੁਰੂ ਅਹੁਦੇ ਤੋਂ ਹੋਈ ਸੀ। ਇੱਕ ਮਿਨਿਸਟਰੀ ਲੈ ਲਈ, ਦੂਜੀ ਦੇਤੀ ਤੇ ਉਹ ਚੁੱਪ ਕਰਕੇ ਬੈਠ ਗਏ। ਜਦੋਂ ਟਾਈਮ ਆ ਗਿਆ ਤੇ ਮੁੱਦਿਆਂ ਤੇ ਆ ਗਏ। ਜੇ ਹੁਣ ਹਾਈ ਕਮਾਂਡ ਨੇ ਕੈਪਟਨ ਸਾਹਿਬ ਨੂੰ ਵਾਪਸ ਭੇਜਤਾ ਸੀ ਕਿ ਤੁਹਾਡੇ ਕੋਲ ਮਹੀਨੇ 4 ਨੇ, ਆਪਣੇ ਜਿਹੜੇ 18 ਨਿਕਾਤੀ ਪ੍ਰੋਗਰਾਮ ਹੈ ਉਹ ਸਾਰੇ ਹੱਲ ਕਰ ਲਓ। ਬਿਲਕੁਲ। ਜੇ ਲੜਾਈ ਮੁੱਦਿਆਂ ਦੀ ਹੁੰਦੀ ਤੇ ਫਿਰ ਸਿੱਧੂ ਸਾਹਿਬ ਨੂੰ ਕੈਪਟਨ ਸਾਹਿਬ ਦਾ ਸਾਥ ਉਹਨਾਂ 18 ਮੁੱਦਿਆਂ ਨੂੰ ਹੱਲ ਕਰਨ ਲਈ ਦੇਣਾ ਚਾਹੀਦਾ ਸੀ ਤੇ ਬਿਜਲੀ ਮੰਤਰਾਲੇ ਜੁਆਇਨ ਕਰਦੇ। ਜੇ ਕਿਸੇ ਹੋਰ ਤਰੀਕੇ ਨਾਲ ਵਿਭਾਗ ਲੈਣਾ ਸੀ ਤੇ ਉਹਦੇ ਲਈ ਹੋਰ ਹਿਸਾਬ ਨਾਲ ਗੱਲ ਹੋਣੀ ਸੀ ਤੇ ਯਾਰ ਮਸਲਾ ਕੁਝ ਹੋਰ ਹੋਣਾ ਸੀ। ਫਿਰ ਇਹ ਚੁੱਪ ਕਰਕੇ ਬਾਦਲ ਕਿਆ ਮਗਰ ਪੈ ਗਏ। ਉਹ ਫਿਰ ਗੱਲ ਉਹੀ ਨਾ, ਫਿਰ ਬੈਟਿੰਗ ਜਦੋਂ ਕਰਦੇ ਨੇ ਕਦੀ ਇੱਧਰ ਬਾਲ ਮਾਰ ਦਿੰਦੇ ਨੇ ਤੇ ਕਦੀ ਉੱਧਰ ਮਾਰ ਦਿੰਦੇ ਨੇ। ਹੁਣ ਜੋ ਹਾਲਾਤ ਬਣੇ ਹੋਏ ਨੇ, ਹਾਈ ਕਮਾਂਡ 2-4 ਦਿਨ ਹੋਰ ਲਾਊਗੀ। ਪ੍ਰਸ਼ਾਂਤ ਕਿਸ਼ੋਰ ਵਿੱਚ ਕਿਹੜੀ ਭੂਮਿਕਾ ਨਿਭਾਉਣਗੇ, ਕੀ ਹੋਵੇਗਾ ਕੀ ਨਹੀਂ ਹੋਵੇਗਾ, ਇਹ ਦੇਖਣਾ ਬਣੇਗਾ ਜੀ। ਪਰ ਗੱਲ ਤਾਂ ਇਹ ਆ ਵੀ ਇਹ ਸਭ ਦੇ ਵਿੱਚੋਂ ਨਿਕਲ ਕੇ ਕੀ ਆਊਗਾ। ਜਦੋਂ ਤੁਸੀਂ ਇਹਨਾਂ ਨੂੰ ਪ੍ਰਧਾਨ ਬਣਾਉਣ ਦੀ ਗੱਲ ਕੀਤੀ ਤੇ ਰੌਲਾ ਫਿਰ ਪੈ ਗਿਆ ਜੀ। ਹੁਣ ਫਿਰ ਤੁਸੀਂ ਇਹਨਾਂ ਨੂੰ ਮਨਾਓਗੇ ਕਿ ਉਹਨਾਂ ਨੂੰ ਮਨਾਓਗੇ। ਸਿਆਸਤ ਇਹ ਗੱਲ ਠੀਕ ਆ ਕਿ ਨਾਲ ਲੈ ਕੇ ਚੱਲਣਾ ਪਵੇਗਾ, ਸਾਰੇ ਬੰਦਿਆਂ ਨੂੰ ਇਕੱਠੇ ਹੋ ਕੇ ਚੱਲਣਾ ਪਵੇਗਾ, ਪੰਜਾਬ ਦੀ ਭਲਾਈ ਲਈ ਕੋਈ ਸੋਚਣਾ ਪਊਗਾ। ਪਰ ਪਹਿਲਾਂ ਤੇ ਇਹ ਤੇ ਇਸ ਗੱਲ ਤੇ ਰੁਕੇ ਹੋਏ ਨੇ ਕਿ ਮੈਨੂੰ ਕਿਹੜੀ ਕੁਰਸੀ ਮਿਲਦੀ ਆ, ਕਿੰਨਾ ਕੁ ਮੈਨੂੰ ਪਾਵਰ ਮਿਲਦੀ ਆ, ਕਿ ਟਿਕਟਾਂ ਵੰਡਣ ਦੀ ਮੈਨੂੰ ਪਾਵਰ ਮਿਲਦੀ ਆ, ਮੈਨੀਫੈਸਟੋ ਬਣਾਉਣ ਦੀ ਮਿਲਦੀ ਆ, ਕਿ ਕੰਪੇਨ ਕਮੇਟੀ ਦੀ ਮਿਲਦੀ ਆ, ਜਾਂ ਪ੍ਰਚਾਰ ਕਰਨ ਲਈ ਮਿਲਦੀ ਆ, ਮੁੱਖ ਮੰਤਰੀਸ਼ਿਪ ਮੈਨੂੰ ਮਿਲਦੀ ਆ, ਉਪ ਮੁੱਖ ਮੰਤਰੀ ਜੇ ਬਣਦੇ ਆ ਤਾਂ ਉਹ ਮੇਰੇ ਬਣਦੇ ਆ ਕਿ ਨਹੀਂ ਬਣਦੇ। ਜੇ 60-70 ਅਸੀਂ ਬੰਦੇ ਜਿਤਾ ਕੇ ਲਿਆਉਨੇ ਆ ਤੇ ਉਹਦੇ ਚੋਂ ਮੇਰੇ ਕਿੰਨੇ ਹੁੰਦੇ ਨੇ ਤੇ ਤੁਹਾਡੇ ਕਿੰਨੇ ਹੁੰਦੇ ਨੇ। ਰੌਲਾ ਤੇ ਹੋਰ ਕਿਤੇ ਪੜਿਆ ਹੋਇਆ। ਸ਼ਰਮਾ ਜੀ, ਫਰਜ਼ ਕਰੋ ਵੀ ਸਿੱਧੂ ਪ੍ਰਧਾਨ ਬਣ ਜਾਂਦੇ ਨੇ ਜੀ, ਤੇ ਫਿਰ ਕੈਪਟਨ ਖੇਮੇ ਦਾ ਕੀ ਬਣੂ? ਜੇ ਤੁਸੀਂ ਹੁਣ ਕਹਿ ਰਹੇ ਆ ਬਣ ਜਾਂਦੇ ਨੇ ਤੇ ਤੁਸੀਂ ਲੱਗਦਾ ਬਣਾਓਗੇ। ਦੇਖੋ, ਕੈਪਟਨ ਖੇਮੇ ਦਾ ਕੀ ਬਣੂ। ਜਦੋਂ ਕੈਪਟਨ ਸਾਹਿਬ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ ਤੇ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਸੀ, ਕੱਲ ਵੀ ਅਸੀਂ ਗੱਲ ਕੀਤੀ, ਪਹਿਲਾਂ ਵੀ ਕੀਤੀ, ਕਿ ਮੈਨੂੰ ਇਹਨਾਂ ਨੂੰ ਸਰਕਾਰ ਦੇ ਵਿੱਚ ਕੋਈ ਅਹੁਦਾ ਦੇਣ ਦਾ ਕੋਈ ਉਹ ਨਹੀਂ ਹੈਗਾ। ਮੈਂ ਇਹਨਾਂ ਨੂੰ ਕੋਈ ਅਹੁਦਾ ਸਰਕਾਰ 'ਚ ਨਹੀਂ ਦੇਣਾ। ਤੁਸੀਂ ਪਾਰਟੀ 'ਚ ਇਹਨਾਂ ਨੂੰ ਕੋਈ ਜਥੇਬੰਦੀ 'ਚ ਅਹੁਦਾ ਦੇਣਾ ਤੇ ਉਹ ਦੇ ਦਿਓ। ਸੋ ਇਸ ਤਰੀਕੇ ਦੇ ਨਾਲ ਕੈਪਟਨ ਸਾਹਿਬ ਨੇ ਇਸ ਵਾਲੀ ਟਾਈਮ ਲਈ ਜਿੰਨਾ ਵੀ ਹੁਣ ਸਮਾਂ ਬਚਿਆ ਉਹਦੇ ਲਈ ਤੇ ਆਪਣੇ ਆਪ ਨੂੰ ਸਾਫ਼ ਕਰ ਲਿਆ ਵੀ ਕੈਪਟਨ ਮੈਂ ਹੀ ਰਹੂੰਗਾ ਪੰਜਾਬ ਦਾ। ਤੇ ਜਦੋਂ ਚੋਣਾਂ ਹੋਣਗੀਆਂ ਉਸ ਤੋਂ ਬਾਅਦ ਅਗਲੀ ਵਾਰ ਵੀ ਅਗਵਾਈ ਜਿਹੜੀ ਆ ਸਰਕਾਰ ਦੀ ਮੈਂ ਹੀ ਕਰਨੀ। ਹੁਣ ਉਹ ਇੰਨੇ ਵੱਡੇ ਨੇ, ਉਹਨਾਂ ਦਾ ਸਿਆਸੀ ਕੱਦ-ਬੁੱਤ ਜਾਂ ਉਹਨਾਂ ਦਾ ਜਿਹੜਾ ਧੜਾ ਆ, ਉਹਨਾਂ ਦੇ ਨਾਲ MLA ਜਿਹੜੇ ਨੇ ਜਾਂ MPs ਨੇ ਜਾਂ ਮਿਨਿਸਟਰਸ ਨੇ, ਉਹ ਇੰਨੇ ਹਨ ਕਿ ਉਹ ਹਾਈ ਕਮਾਂਡ ਨੂੰ ਇੰਨੀ ਗੱਲ ਕਹਿ ਸਕਦੇ ਕਿ ਅਗਲੀ ਵਾਰ ਵੀ ਕਮਾਂਡ ਮੇਰੇ ਕੋਲ ਹੀ ਹੋਣੀ। ਨਹੀਂ ਤੇ ਉਹ ਇੰਨੀ ਗੱਲ ਕਹਿਣ ਦੇ ਹੱਕਦਾਰ ਨਹੀਂ। ਜੇ ਹਾਈ ਕਮਾਂਡ ਪਾਵਰਫੁਲ ਹੋਵੇ ਤਾਂ ਫਿਰ ਹਾਈ ਕਮਾਂਡ ਕਹਿ ਸਕਦੀ ਆ ਭਾਈ ਚੌਧਰੀ 117 ਸੀਟਾਂ ਨੇ, ਚੋਣ ਲੜੋ। ਚੋਣ ਲੜਨ ਤੋਂ ਬਾਅਦ ਹਾਈ ਕਮਾਂਡ ਦੇਖੂਗੀ ਕਿਹਨੂੰ ਬਣਾਉਣੀ ਆ, ਅਗਵਾਈ ਦੇਣੀ ਆ, ਕਿਹਨੂੰ ਨਹੀਂ ਦੇਣੀ। ਤੁਸੀਂ ਇਹ ਗੱਲ ਕਿੱਦਾਂ ਕਹਿ ਰਹੇ? ਪਿੱਠ ਥਾਪੜ ਕੇ ਚੰਗੀ ਤਰ੍ਹਾਂ ਸਮਝਾ ਬੁਝਾ ਕੇ ਭੇਜਿਆ ਨਾ ਇਹਨਾਂ ਨੂੰ। ਬਿਲਕੁਲ। ਇਹ ਵੀ ਗੱਲ ਉਹਨਾਂ ਨੇ ਫਿਰ ਹਾਈ ਕਮਾਂਡ ਨੂੰ ਸੋਨੀਆ ਗਾਂਧੀ ਸਾਹਮਣੇ ਇਹ ਵੀ ਗੱਲ ਕਹੀ ਆ ਵੀ ਮੈਂ ਇਹਨਾਂ ਨੂੰ ਕਿਸੇ ਵੱਡੇ ਅਹੁਦੇ ਤੇ ਲੈਣਾ ਨਹੀਂ ਚਾਹੁੰਦਾ, ਪਰ ਜੋ ਤੁਸੀਂ ਕਹੋਗੇ ਮੈਨੂੰ ਉਹ ਫੈਸਲਾ ਮਨਜ਼ੂਰ ਵੀ ਹੋਵੇਗਾ। ਜੇ ਤੁਸੀਂ ਫੈਸਲਾ ਮਨਜ਼ੂਰ ਕਰ ਲਿਆ ਸੀ ਤੇ ਫਿਰ ਤੁਸੀਂ ਕੱਲ ਰੌਲਾ ਕਿਉਂ ਪਾਇਆ? ਦੂਸਰੀ ਜਿਹੜੀ ਤੁਸੀਂ ਗੱਲ ਦੱਸੀ ਆ ਕਿ ਇਸ ਖੇਮੇ ਦਾ ਕੀ ਬਣੂਗਾ। ਜੇ ਹਾਈ ਕਮਾਂਡ ਇਹ ਫੈਸਲਾ ਕਰ ਲੈਂਦੀ ਆ ਤੇ ਉਸ ਖੇਮੇ ਦਾ ਜਿਹੜਾ ਨਾਰਾਜ਼ ਹੋਣਾ ਆ ਉਹ ਨਿਸ਼ਚਿਤ ਆ। ਜੇ ਸਿਆਣਪ ਤੋਂ ਕੰਮ ਲੈਣਗੇ ਤੇ ਸਰਕਾਰ ਬਣਾ ਲੈਣ, ਬਾਅਦ ਵਿੱਚ ਨਾਰਾਜ਼ ਹੋਣਗੇ ਤੇ ਹੋ ਸਕਦਾ ਥੋੜੀ ਦੇਰ ਕੀ ਸੋਚਦੇ ਆ, ਉਹ ਕਿੱਦਾਂ ਸੋਚਦੇ ਆ, ਬਾਅਦ ਵਿੱਚ ਕਿੰਨਾ ਨੁਕਸਾਨ ਹੁੰਦਾ। ਜੇ ਪਹਿਲਾਂ ਇਹ ਜਿਹੜੀ ਲੜਾਈ ਆ ਸਾਹਮਣੇ ਆਉਂਦੀ ਆ ਫਿਰ ਵਿਰੋਧੀ ਧਿਰਾਂ ਨੂੰ ਫਾਇਦਾ ਹੋਏਗਾ ਤੇ ਫਿਰ ਵੀ ਜਿਹੜਾ ਆਰੋਪ ਆ ਉਹ ਇਸ ਧੜੇ ਤੇ ਹੀ ਲੱਗਣੇ ਆ। ਕਿਉਂਕਿ ਕੈਪਟਨ ਸਾਹਿਬ ਦੇ ਉੱਤੇ ਸਿੱਧੂ ਸਾਹਿਬ ਬਹੁਤ ਪਹਿਲਾਂ ਇਹ ਸਾਫ਼ ਆਰੋਪ ਲਾ ਚੁੱਕੇ ਆ ਕਿ ਇਹ ਅਕਾਲੀ ਦਲ ਨਾਲ ਮਿਲ ਕੇ ਚੱਲਦੇ ਨੇ। ਜੇ ਇਹਨਾਂ ਦੀ ਜਿਹੜੀ ਦਫਾੜ ਆ ਉਹ ਆਪਸ ਦੇ ਵਿੱਚ ਜਿਹੜੀ ਇਹਨਾਂ ਦੀ ਕਲਾ ਆ ਉਹ ਖਤਮ ਨਹੀਂ ਹੁੰਦੀ ਤੇ ਇਹਦਾ ਫਾਇਦਾ ਵਿਰੋਧੀਆਂ ਨੂੰ
ਜ਼ਰੂਰ ਹੋਵੇਗਾ। ਬਿਲਕੁਲ। ਜਿਹੜੀ ਤੁਸੀਂ ਗੱਲ ਕੀਤੀ, ਫਿਰ ਦੁਬਾਰਾ ਉਸ ਗੱਲ ਦੀ ਗੱਲ ਕਰੀਏ ਕਿ ਪੁਰਾਣੇ ਕਾਂਗਰਸੀਆਂ ਦਾ ਜਾਂ ਸਥਾਪਿਤ ਬੰਦਿਆਂ ਦਾ ਜਾਂ ਉਮਰਦਰਾਜ਼ ਜਿਹੜੇ ਲੀਡਰ ਨੇ, ਜਿਹੜੇ ਬਹੁਤ ਲੰਬਾ ਸਮਾਂ ਰਹੇ, ਉਹਨਾਂ ਦਾ ਕੀ ਹੋਵੇਗਾ। ਜੀ ਅਸੀਂ ਸੁਪਰੀਮ ਕੋਰਟ ਵਾਲੇ ਮਸਲੇ 'ਚ ਗੱਲ ਕਰਦਿਆਂ ਗੱਲ ਕੀਤੀ ਸੀ ਕਿ ਜਿਹੜਾ ਪਰਿਵਰਤਨ ਆ ਉਹ ਕੁਦਰਤ ਦਾ ਨਿਯਮ ਆ। ਬਿਲਕੁਲ। ਕਾਂਗਰਸ ਦੇ ਵਿੱਚ ਤੁਹਾਨੂੰ ਜੇ ਫਰੋਲੀਏ ਤੇ 10 ਤੋਂ ਵੱਧ ਇਹੋ ਜਿਹੇ ਚਿਹਰੇ ਮਿਲ ਜਾਂਦੇ ਨੇ ਜਿਨ੍ਹਾਂ ਦੀ ਕਦੇ ਤੂਤੀ ਬੋਲਦੀ ਸੀ। ਕੋਈ 2 ਨੰਬਰ ਦਾ ਮਿਨਿਸਟਰ ਸੀ, ਕੋਈ ਪਾਰਟੀ ਪ੍ਰਧਾਨ ਸੀ, ਕੋਈ ਹੋਰ ਵੱਡੇ ਅਹੁਦਿਆਂ ਤੇ ਸੀ, ਕੋਈ MP ਸੀ, ਕੋਈ ਸੈਂਟਰ 'ਚ ਮਿਨਿਸਟਰ ਸੀ। ਪਰ ਸਮਾਂ ਜਿਹੜਾ ਆ ਬਦਲੀ ਜਾਂਦਾ, ਊਂਠ ਲੱਦੀ ਜਾਂਦੇ ਨੇ, ਨਵੇਂ ਆਈ ਜਾਂਦੇ ਨੇ। ਬਿਲਕੁਲ। ਜੇ ਬੀਜੇਪੀ ਦੀ ਗੱਲ ਕਰੀਏ ਤੇ ਇੱਕ ਟਾਈਮ ਸੀ ਜਦੋਂ ਬੀਜੇਪੀ ਨੂੰ ਬਣਾਉਣ ਦੇ ਵਿੱਚ 3 ਬੰਦਿਆਂ ਦਾ ਨਾਮ ਸੀ, ਅਟਲ ਬਿਹਾਰੀ ਵਾਜਪੇਈ, ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ। ਜੀ ਵਾਜਪੇਈ ਸਾਹਿਬ ਚਲੇ ਗਏ ਤੇ ਬਾਕੀ 2 ਦਾ ਇੰਟਰਵਿਊ ਲੈਣ ਵੀ ਕੋਈ ਪੱਤਰਕਾਰ ਨਹੀਂ ਚਾਹੁੰਦਾ। ਨਾਮੋ ਨਿਸ਼ਾਨੀ ਹੈ। ਬੜੀ ਆਰਾਮ ਦੀ ਜ਼ਿੰਦਗੀ, ਬੜੇ ਚੁੱਪਚਾਪ ਬੈਠ ਕੇ ਬੈਠੇ ਨੇ। ਕਿਤੇ ਨਾ ਕਿਤੇ ਚੁਟਕਲੇ ਹੀ ਬਣਦੇ ਨੇ ਉਹਨਾਂ ਦਾ ਜਦੋਂ ਕੋਈ ਰਾਸ਼ਟਰਪਤੀ ਦੀ ਚੋਣ ਆਉਂਦੀ ਆ ਜਾਂ MP ਦੀ ਚੋਣ ਆਉਂਦੀ ਆ ਕਿ ਮੇਰਾ ਨਾਮ ਆਉਣਾ ਸੀ ਫਲਾਂ ਫਲਾਂ ਬਲਾ ਬਲਾ। ਜਿਹੜਾ ਸਮਾਂ ਆ ਉਹ ਬਦਲੀ ਜਾਂਦਾ। ਕੱਲ ਬਿਲਗਾ ਸਾਹਿਬ ਨੇ ਪ੍ਰੋਗਰਾਮ ਗੱਲ ਕਰਦਿਆਂ ਕੀਤੀ ਸੀ ਕਿ ਜੇ ਸਿੱਧੂ ਸਾਹਿਬ ਨੂੰ ਪ੍ਰਧਾਨ ਦੀ ਕੁਰਸੀ ਦਿੱਤੀ ਜਾਂਦੀ ਆ ਤੇ ਕਾਂਗਰਸ ਦੇ ਵਿੱਚ ਕੈਪਟਨ ਤੋਂ ਬਾਅਦ ਸਿੱਧੂ ਦੌਰ ਦੀ ਸ਼ੁਰੂਆਤ ਹੋਵੇਗੀ। ਬਿਲਕੁਲ। ਸੋ ਜਿਹੜੀ ਤੁਹਾਡਾ ਸਵਾਲ ਆ ਉਹਦਾ ਜਵਾਬ ਇਹੀ ਆ ਕਿ ਸਮਾਂ ਜਿਹੜਾ ਆ ਉਹਦੇ ਨਾਲ ਜਿਹੜੇ ਬਦਲਾਵ ਨੇ ਉਹ ਆਉਂਦੇ ਰਹਿੰਦੇ ਨੇ। ਜੀ ਪੁਰਾਣੇ ਜਾਈ ਜਾਣੇ ਨੇ ਤੇ ਨਵੇਂ ਆਈ ਜਾਣੇ ਨੇ, ਇਹ ਇਦਾਂ ਹੀ ਚੱਲੀ ਜਾਣਾ। ਸ਼ਰਮਾ ਜੀ, ਕੱਲ ਨਾ ਕੈਪਟਨ ਦੇ ਅਸਤੀਫੇ ਦਾ ਵੀ ਰੌਲਾ ਪੈ ਗਿਆ ਸ਼ਾਮੀ, ਉਹ ਕੀ ਮਾਮਲਾ? ਦੇਖੋ, ਜਦੋਂ ਅੱਗ ਲੱਗਦੀ ਆ ਤੇ ਧੂਆਂ ਉੱਡਦਾ ਤੇ ਹਵਾ ਜਿੱਧਰ ਵੀ ਜਾਵੇ ਧੂਏ ਨੇ ਜਾਣਾ ਹੀ ਆ। ਅਫਵਾਹਾਂ ਉਹਨਾਂ ਦੇ ਅਸਤੀਫੇ ਦੀ ਰੌਲੇ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੀ ਗੱਲਾਂ ਹੋਈਆਂ ਤੇ ਉਸ ਤੋਂ ਬਾਅਦ ਇਹ ਜਲਦੀ ਹੀ ਉਹਨਾਂ ਦੇ ਸਿਆਸੀ ਸਲਾਹਕਾਰਾਂ ਨੇ ਕਿਹਾ ਕਿ ਨਹੀਂ, ਇਹ ਅਫਵਾਹ ਆ, ਇਹ ਤੋਂ ਬਚਣਾ ਚਾਹੀਦਾ। ਹੋ ਸਕਦਾ ਕਿਸੇ ਨੇ ਕਿਹਾ ਵੀ ਹੋਵੇ ਕਿ ਜੇ ਸਿੱਧੂ ਨੂੰ ਪ੍ਰਧਾਨ ਬਣਾਏ ਤੇ ਮੈਂ ਦਿੰਦਾ ਅਸਤੀਫਾ ਤੇ ਮੈਂ ਛੱਡੀ ਤੁਹਾਡੀ ਪਾਰਟੀ ਤੇ ਅੱਜ ਚੱਕੋ ਤੇ ਸਾਂਭੋ, ਪਰ ਨਹੀਂ, ਇਦਾਂ ਦੇ ਕੋਈ ਹਾਲਾਤ ਬਣਦੇ ਨਜ਼ਰ ਨਹੀਂ ਆ ਰਹੇ ਕਿਉਂਕਿ ਹਾਈ ਕਮਾਂਡ ਹਾਲੇ ਉਹਨਾਂ ਦੀ ਗੱਲ ਸੁਣ ਰਹੀ ਆ ਤੇ ਇਸ ਮਸਲੇ ਨੂੰ ਹਾਲੇ ਤੱਕ ਹੋਰ ਲਟਕਾਇਆ ਜਾਊਗਾ। ਮੈਨੂੰ ਇਦਾਂ ਲੱਗਦਾ ਜੀ ਇਹ ਜਿਹੜਾ ਮਸਲੇ ਨੇ, ਮੈਂ ਪਹਿਲਾਂ ਵੀ ਇਹਦੀ ਗੱਲ ਕਰ ਚੁੱਕਿਆ, ਕਈ ਵਾਰ ਆਪਾਂ ਕਹਿ ਦਿੰਨੇ ਇਹ ਗੱਲ, ਮੈਨੂੰ ਇਦਾਂ ਲੱਗਦਾ ਕਿ ਇਸ ਮਸਲੇ ਨੂੰ ਜਾਣ ਬੁੱਝ ਕੇ ਉਲਝਾਇਆ ਜਾ ਰਿਹਾ। ਇਹਨੂੰ ਪੋਲੀਟੀਕਲ ਭਾਸ਼ਾ ਦੇ ਵਿੱਚ ਆਈ ਵਾਸ਼ ਕਹਿੰਦੇ ਆ ਕਿ ਲੋਕਾਂ ਦਾ ਧਿਆਨ ਜਿਹੜਾ ਆ ਇਸੇ ਮੁੱਦੇ ਤੇ ਆ ਜਾਏ, ਮਹੀਨਾ ਖੰਡ ਲੰਘ ਜਾਏ, ਜਿਹੜੀਆਂ ਸਰਕਾਰ ਦੀਆਂ ਊਣਤਾਈਆਂ ਨੇ ਉਹ ਸਾਰੀਆਂ ਲੁਕ ਜਾਣ ਤੇ ਬਾਅਦ ਵਿੱਚ ਨੇੜੇ ਜੇ ਜਾ ਕੇ ਸਾਰਾ ਕੁਝ ਹੱਲ ਕਰਕੇ ਤੇ ਫਿਰ ਖੜੇ ਹੋ ਜਾਣ ਕਿ ਅਸੀਂ ਲੜਨੀਆਂ ਚੋਣਾਂ ਤੇ ਅਸੀਂ ਬਣਾਉਣੀ ਸਰਕਾਰ ਤੇ ਜਿੰਨੇ ਤੁਹਾਡੇ ਮੁੱਦੇ ਪਿਛਲੀ ਵਾਰ ਦੇ ਰਹਿ ਗਏ ਉਹ ਕਰਾਂਗੇ ਅਗਲੀ ਵਾਰ ਹੱਲ। ਜੀ ਆਪਣਾ ਮਸਲਾ ਤੇ ਇਹਨਾਂ ਕੋਲ ਸੁਲਝਾਇਆ ਨਹੀਂ ਜਾ ਰਿਹਾ ਤੇ PM ਮੋਦੀ ਨੂੰ ਚਿੱਠੀ ਲਿਖੀ ਇਹਨਾਂ ਨੇ ਵਿਹਲੇ ਹੋ ਕੇ, ਪਤਾ ਨਹੀਂ ਉਹ ਕਿਹੜੇ ਵੇਲੇ ਲਿਖ ਲਈ ਤੇ ਲਿਖਿਆ ਕੀ ਉਸ ਚਿੱਠੀ 'ਚ? ਦੇਖੋ, ਕਿਸਾਨ ਅੰਦੋਲਨ ਬਹੁਤ ਲੰਬਾ ਸਮਾਂ ਹੋ ਗਿਆ ਤੇ ਭਾਰਤ ਦੇ BJP ਨੂੰ ਛੱਡ ਕੇ ਬਾਕੀ ਸਾਰੇ ਲੀਡਰ ਜਿਹੜੇ ਆ ਉਹ ਚਾਹੁੰਦੇ ਆ ਕਿ ਇਹਦਾ ਇੱਕ ਸਨਮਾਨਜਨਕ ਹੱਲ ਜਿਹੜਾ ਨਿਕਲ ਜਾਵੇ। ਉਹਦੇ 'ਚ ਬਹੁਤ ਸਾਰੇ ਨੁਕਸਾਨ ਵੀ ਹੋਏ ਨੇ, ਕਿਸਾਨਾਂ ਦੀਆਂ ਜਾਨਾਂ ਵੀ ਗਈਆਂ, ਸਮੇਂ ਵੀ ਉਹਨਾਂ ਨੇ ਸਾਰੇ ਦੇਖ ਲਿਆ, ਗਰਮੀ ਸਰਦੀ ਬਰਸਾਤ ਤੇ ਫਿਰ ਗਰਮੀ ਵੀ ਲੰਘ ਗਈ ਤੇ ਦੁਬਾਰਾ ਫਿਰ ਬਰਸਾਤ ਆ ਗਈ। ਪ੍ਰਧਾਨ ਮੰਤਰੀ ਨੂੰ ਕੈਪਟਨ ਸਾਹਿਬ ਨੇ ਕੱਲ ਇੱਕ ਚਿੱਠੀ ਲਿਖੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਇਹੀ ਗੱਲ ਕੀਤੀ ਕਿ ਸਮਾਂ ਜਿਹੜਾ ਆ ਉਹ ਬਹੁਤ ਹੋ ਗਿਆ ਤੇ ਇਸ ਸਾਰੇ ਜਿਹੜੇ ਆ ਇਹਨੂੰ ਮੁਕਾਉਣ ਲਈ ਤੁਸੀਂ ਇੱਕ ਕੋਸ਼ਿਸ਼ ਕਰੋ। ਉਹਨਾਂ ਨੇ ਇਹਦੇ 'ਚ ਇੱਕ ਦੁਬਾਰਾ ਸ਼ੁਰੂਆਤ ਇਹਨੂੰ ਕਹਿ ਸਕਦੇ ਆ, ਸਿਆਸੀ ਪੈਂਤੜਾ ਨਾ ਕਹੀਏ ਇਹਨੂੰ, ਤੁਸੀਂ ਇਦਾਂ ਕਹਿ ਲਓ ਕਿ ਚਿੱਠੀ ਤੇ ਕਿਸਾਨਾਂ ਨੇ ਵੀ ਲਿਖੀ ਸੀ। ਉਦੋਂ ਅਸੀਂ ਗੱਲ ਕੀਤੀ ਸੀ ਕਿ ਸ਼ਾਇਦ PMO ਤੋਂ ਹੀ ਕਿਸੇ ਨੇ ਕਿਹਾ ਸੀਗਾ ਕਿ ਚਿੱਠੀ ਲਿਖੋ ਤੇ ਜਿਹੜਾ ਡੈਡਲੌਕ ਹੈ ਉਹ ਖਤਮ ਹੋਵੇ, ਪਰ ਉਹ ਗੱਲ ਕਿਸੇ ਪਾਸੇ ਲੱਗੀ ਨਹੀਂ ਤੇ ਉਹ ਸਾਰੀਆਂ ਜਿਹੜੀਆਂ ਕਿਆਸ ਰਾਈਆਂ ਸੀ ਉਹ ਗਲਤ ਸਾਬਤ ਹੋਈਆਂ। ਹੁਣ ਮੁੱਖ ਮੰਤਰੀ ਇੱਕ ਸਟੇਟ ਦੇ ਨੇ ਤੇ ਇੱਕ ਵੱਡੀ ਧਿਰ ਨੇ ਤੇ ਜਿੱਥੋਂ ਅੰਦੋਲਨ ਦੀ ਸ਼ੁਰੂਆਤ ਹੁੰਦੀ ਆ ਤੇ ਜ਼ਿਆਦਾ ਕਿਸਾਨ ਵੀ ਉੱਥੇ ਪੰਜਾਬ ਤੇ ਹਰਿਆਣੇ ਤੋਂ ਨੇ। ਜੇ ਮੁੱਖ ਮੰਤਰੀ ਚਿੱਠੀ ਲਿਖਦੇ ਨੇ ਤੇ ਹੋ ਸਕਦਾ ਕੇਂਦਰ ਸਰਕਾਰ ਉਹਦਾ ਕੋਈ ਨੋਟਿਸ ਲਵੇ, ਉਹਦੇ ਤੇ ਕੋਈ ਧਿਆਨ ਦੇਵੇ ਤੇ ਸ਼ਾਇਦ ਇਹ ਗੱਲਬਾਤ ਸ਼ੁਰੂ ਹੋ ਜਾਏ। ਪਰ ਤੁਹਾਡੀ ਗੱਲ ਜ਼ਿਆਦਾ ਆ, ਲੱਗਦਾ ਇਹ ਸਿਆਸੀ ਪੈਂਤੜਾਈ ਆ ਕਿਉਂਕਿ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਮੁੱਦਿਆਂ ਤੋਂ ਇੱਧਰ ਉੱਧਰ ਕਰਨ ਲਈ ਨੇ ਤੇ ਕਿਸਾਨਾਂ ਦੇ ਹਿਤੈਸ਼ੀ ਹੋਣ ਦੀ ਗੱਲ ਵੀ ਜਿਹੜੀ ਉਹ ਆਪਣੀ ਸਿੱਧ ਕਰਨਾ ਚਾਹੁੰਦੇ ਨੇ। ਜੀ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਵਕਫੇ ਦਾ, ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਗੱਲ ਅਸੀਂ ਪੰਜਾਬ ਦੀ ਸਿਆਸਤ ਦੀ ਕਰ ਰਹੇ ਹਾਂ, ਕਾਂਗਰਸੀਆਂ ਦੀ ਗੱਲ ਕਰ ਰਹੇ ਹਾਂ ਤੇ ਅਕਾਲੀ ਦਲ ਵਾਲੇ ਵੀ ਪੂਰੇ ਪੱਬਾਂ ਭਾਰ ਨੇ। ਬਸਪਾ ਨਾਲ ਗੱਠਜੋੜ ਕਰਨ ਤੋਂ ਬਾਅਦ ਹੁਣ ਉਹਨਾਂ ਨੇ ਇੱਕ ਨਵਾਂ ਐਲਾਨ ਕਰਤਾ ਵੀ 2 ਡਿਪਟੀ CM ਦੇਵਾਂਗੇ, ਇੱਕ ਦਲਿਤ ਤੇ ਇੱਕ ਹਿੰਦੂ। ਜੀ, ਕੀ ਇਹ ਡਰ ਗਏ ਨੇ ਵੀ ਉਹ ਜੁੜ ਨਾ ਜਾਣ ਇਕੱਠੇ ਹੋ ਕੇ? ਨਹੀਂ, ਤੁਸੀਂ ਇਹਨੂੰ ਡਰ ਵੀ ਕਹਿ ਸਕਦੇ ਆ ਤੇ ਇਹਨੂੰ ਤੁਸੀਂ ਇਦਾਂ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਜਾਤੀਗਤ ਰਾਜਨੀਤੀ ਹੁੰਦੀ ਤਾਂ ਸੀ, ਇਹ ਨਹੀਂ ਕਹਿੰਦੇ ਕਿ ਨਹੀਂ ਹੁੰਦੀ ਸੀ, ਪਰ ਇੰਨੀ ਜ਼ਿਆਦਾ ਨਹੀਂ ਹੁੰਦੀ ਸੀ। ਇੱਕ ਦੂਜੇ ਨੂੰ ਦੇਖ ਦੇਖ ਕੇ ਪੱਤੇ ਖੋਲ ਰਹੇ ਨੇ, ਸਾਰੇ ਪੱਤੇ ਖੋਲ ਰਹੇ ਨੇ। ਜਾਂ ਜਦੋਂ ਅਸੀਂ ਪਿਛਲੀ ਦੀ ਗੱਲ ਕਰੀਏ, 17 ਦੀਆਂ ਇਲੈਕਸ਼ਨ ਦੀ ਗੱਲ ਕਰੀਏ ਤੇ ਉਹਨਾਂ ਦਿਨਾਂ 'ਚ ਅਸੀਂ
ਉੱਤਰ ਪ੍ਰਦੇਸ਼ 'ਚ ਕਾਫੀ ਘੁੰਮੇ। ਪੰਜਾਬ ਦੀਆਂ ਇਲੈਕਸ਼ਨਸ ਅਸੀਂ ਪਹਿਲਾਂ ਦੇਖਦੇ ਰਹੇ ਹਾਂ ਤੇ ਇਸ ਵਾਰ ਉੱਤਰ ਪ੍ਰਦੇਸ਼ ਸੀ ਅਸੀਂ ਖਾਸ ਤੌਰ ਤੇ ਵੈਸਟਰਨ ਯੂਪੀ ਦੇ ਜਿਹੜੇ ਜ਼ਿਲ੍ਹੇ ਨੇ ਮੇਰਠ, ਮੁਜ਼ੱਫਰਨਗਰ ਜੀ, ਉੱਥੇ ਜਦੋਂ ਅਸੀਂ ਲੀਡਰ ਜਿਹੜੇ ਕੰਟੈਸਟੈਂਟ ਸੀਗੇ, ਜਿਹੜੇ ਬੰਦੇ ਇਲੈਕਸ਼ਨ ਲੜਦੇ ਸੀ, ਉਹਨਾਂ ਨੂੰ ਮਿਲਦੇ ਸੀ ਤੇ ਉੱਥੇ ਉਹ ਸਮਝ ਆਉਂਦੀ ਸੀ ਗੱਲ ਕਿ ਸਿਰਫ ਔਰ ਸਿਰਫ ਆਪਣੀ ਜਾਤੀ ਦੀਆਂ ਹੀ ਵੋਟਾਂ ਮਿਲਦੀਆਂ। ਜਿਹੜੇ ਇੱਕ ਵਿਧਾਨ ਸਭਾ ਖੇਤਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਉਸ ਜਾਤੀ ਨੂੰ ਧਿਆਨ 'ਚ ਰੱਖ ਕੇ ਉਮੀਦਵਾਰ ਉਤਾਰਦੀਆਂ ਸੀ। ਪੰਜਾਬ ਦੇ ਵਿੱਚ ਇਹ ਆਮ ਆਦਮੀ ਪਾਰਟੀ ਨੇ ਗੱਲ ਸ਼ੁਰੂ ਕੀਤੀ ਕਿ ਦਲਿਤ ਡਿਪਟੀ ਸੀਐਮ ਬਣਾਵਾਂਗੇ, ਸੌਰੀ ਅਕਾਲੀ ਦਲ ਨੇ ਸ਼ੁਰੂ ਕੀਤੀ ਕਿ ਦਲਿਤ ਡਿਪਟੀ ਸੀਐਮ ਬਣਾਵਾਂਗੇ। ਆਮ ਆਦਮੀ ਪਾਰਟੀ ਨੇ ਵੀ ਇਦਾਂ ਦੀਆਂ ਗੱਲਾਂ ਕੀਤੀਆਂ। ਉਹਨਾਂ ਨੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਉਣ ਦੀ ਗੱਲ ਕੀਤੀ ਜਦੋਂ ਬੀਤੇ ਦਿਨੀ ਕੇਜਰੀਵਾਲ ਸਾਹਿਬ ਦਰਬਾਰ ਸਾਹਿਬ ਆਉਂਦੇ ਨੇ। ਪਿਛਲੀ ਵਾਰ ਵੀ ਉਹਨਾਂ ਦੇ ਉੱਤੇ ਦੋਸ਼ ਲੱਗਦੇ ਰਹੇ ਸੀ ਕਿ ਉਹ ਕੱਟੜਪੰਥੀ ਜਿਹੜੀਆਂ ਸਿੱਖ ਧਿਰਾਂ ਆ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਜ਼ਿਆਦਾ ਨੇ ਤੇ ਉਹ ਉਹੋ ਜਿਹੀਆਂ ਗੱਲਾਂ ਕਰਦੇ ਨੇ ਜੀ। ਬੀਜੇਪੀ ਨੇ ਕਹਿਤਾ ਕਿ ਅਸੀਂ ਮੁੱਖ ਮੰਤਰੀ ਦਲਿਤ ਬਣਾਵਾਂਗੇ। ਕਾਂਗਰਸ ਨੇ ਜਦੋਂ ਕੱਲ ਜਿਹੜੀ ਆਪਣੀ ਕਜਾ ਉਹਨਾਂ ਦੀ ਪਈ ਹੋਈ ਆ, ਆਪਸ ਦੇ ਵਿੱਚ ਇੱਕ ਸਮੱਸਿਆ ਉਹਨਾਂ ਦੀ ਉਲਝੀ ਹੋਈ ਆ ਤਾਣੀ, ਉਹਦੇ 'ਚ ਉਹਨਾਂ ਨੇ ਕਹਿਤਾ ਕਿ ਅਸੀਂ 2 ਕਾਰਜਕਾਰੀ ਪ੍ਰਧਾਨ ਲਾਉਣੇ ਆ, ਇੱਕ ਹਿੰਦੂ ਲਾਵਾਂਗੇ ਤੇ ਇੱਕ ਦਲਿਤ ਚਿਹਰਾ ਲਾਵਾਂਗੇ। ਨਾਮ ਵੀ ਐਲਾਨ ਕਰ ਦਿੱਤੇ ਕੁਝ ਚੈਨਲਾਂ ਨੇ ਤੇ ਕੁਝ ਪੱਤਰਕਾਰਾਂ ਨੇ, ਅਖਬਾਰਾਂ ਨੇ ਵੀ, ਤੇ ਬਾਅਦ ਵਿੱਚ ਫਿਰ ਹਰੀਸ਼ ਰਾਵਤ ਨੇ ਮਜ਼ਾਕ ਕਰ ਦਿੱਤਾ ਕਿ ਨਹੀਂ ਇੱਦਾਂ ਨਹੀਂ ਕਿਹਾ ਸੀ, ਕਿਉਂਕਿ ਸੋਨੀਆ ਗਾਂਧੀ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਦਾਂ ਨਾ ਕਹੋ ਹਾਲੇ। ਮੈਨੂੰ ਤਾਂ ਇਹ ਲੱਗਦਾ ਸੀ ਕਿ ਉਹਨਾਂ ਦਾ ਇੱਕ ਦੂਜੇ ਦਾ ਕਰੰਟ ਚੈੱਕ ਕਰਦੇ ਆ ਕਿ ਕੌਣ ਕਿੰਨਾ ਕੁ ਵਿਰੋਧ ਕਰਦਾ ਤੇ ਕੌਣ ਇਸ ਗੱਲ ਨੂੰ ਕਿੰਨਾ ਕੁ ਜਰ ਜਾਂਦਾ। ਹੁਣ ਅਕਾਲੀ ਦਲ ਨੇ ਜਿਹੜੀ ਗੱਲ ਕੀਤੀ ਆ ਕਿ ਅਸੀਂ 2 ਡਿਪਟੀ ਮੁੱਖ ਮੰਤਰੀ ਲਾਵਾਂਗੇ, ਪਹਿਲਾਂ ਪਿਓ ਪੁੱਤਰ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਰਹੇ, ਉਦੋਂ ਇਹਨਾਂ ਨੇ ਬੜਾ ਭਲਾ ਕੀਤਾ ਪੰਜਾਬ ਦਾ। ਸਾਰੇ ਪੰਜਾਬ 'ਚੋਂ ਸਾਰਾ ਨਸ਼ਾ ਖਤਮ ਕਰ ਦਿੱਤਾ, ਰੇਤਾ ਤੇ ਵੀ ਕੋਈ ਰੇਤਾ ਤੇ ਵੀ ਕੋਈ ਬੇਈਮਾਨੀ ਨਹੀਂ, ਜਿਹੜਾ ਮਰਜ਼ੀ ਜਿੱਥੋਂ ਮਰਜ਼ੀ ਜਾ ਕੇ ਟਰਾਲੀ ਭਰ ਲਿਆਉਂਦਾ ਸੀ। ਤੇ ਜਿਹੜੀ ਟਰਾਂਸਪੋਰਟ ਆ ਪੰਜਾਬ ਦੀ, ਉਹ ਵੀ ਸਰਕਾਰੀ ਬੱਸਾਂ ਐਨ ਚਮਕਦੀਆਂ ਘੁੰਮਦੀਆਂ ਸੀ। ਤੇ ਹੁਣ ਇਹਨਾਂ ਨੇ 2 ਮੁੱਖ ਮੰਤਰੀ ਲਾਉਣੇ ਆ। ਪਹਿਲਾਂ ਇੱਕ ਉਪ ਮੁੱਖ ਮੰਤਰੀ ਕੰਮ ਕਰਦਾ ਸੀ, ਹੁਣ 2 ਉਪ ਮੁੱਖ ਮੰਤਰੀ ਕੰਮ ਕਰਨਗੇ। ਸਰਕਾਰ ਬਣੀ ਪਈ ਆ ਜਿੱਦਾਂ ਇਹ ਸੋਚਦੇ ਨੇ। ਬੀਜੇਪੀ ਵੀ ਕਹਿ ਰਹੀ ਆ ਕਿ ਅਸੀਂ ਦਲਿਤ ਮੁੱਖ ਮੰਤਰੀ ਲਾਵਾਂਗੇ। ਬੀਜੇਪੀ ਦੇ ਅਸ਼ਵਨੀ ਸ਼ਰਮਾ ਨੇ ਕੱਲ ਜਦੋਂ ਉਹਨਾਂ ਦੇ ਕੁਝ ਲੀਡਰ ਕੈਪਟਨ ਦਾ ਘਰ ਘੇਰਨ ਗਏ ਤੇ ਉੱਥੇ ਉਹਨਾਂ ਤੇ ਪਾਣੀ ਦੀਆਂ ਵਿਛਾੜਾਂ ਪਈਆਂ ਤੇ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਹੀ ਕੱਚੇ ਮੁਲਾਜ਼ਮ ਜਿਹੜੇ ਆ ਪੱਕੇ ਕਰ ਦੇਣੇ ਆ ਜਦੋਂ ਸਾਡੀ ਸਰਕਾਰ ਬਣ ਗਈ ਜੀ। ਸੋ ਇਹ ਸਾਰੇ ਦੇ ਸਾਰੇ ਜਿਹੜੇ ਕੰਮ ਨੇ ਉਹ ਬੇਸਿਕਲੀ ਅਸਲ ਦੇ ਵਿੱਚ ਵੋਟਰਾਂ ਨੂੰ ਭਰਮਾਉਣ ਲਈ ਹੋ ਰਹੇ ਨੇ। ਤੇ ਜਿਹੜੇ ਚੋਣ ਨੀਤੀਕਾਰ ਨੇ, ਚੋਣ ਵਿਸ਼ਲੇਸ਼ਕ ਨੇ, ਉਹ ਇਹ ਸਮਝਦੇ ਨੇ ਕਿ ਇਹਨਾਂ ਦਾ ਇਫੈਕਟ ਜਿਹੜਾ ਆ ਉਹ ਵੀ ਵੋਟਰ ਦੇ ਮਾਈਂਡ ਤੇ ਹੁੰਦਾ ਜੀ, ਪ੍ਰਭਾਵ ਵੀ ਆਉਂਦਾ। ਹੁਣ ਕੈਪਟਨ ਨੇ ਭਾਵੇਂ 500-600 ਕਰੋੜ ਦੇ ਕਰਜ਼ੇ ਮਾਫ ਕੀਤੇ ਨੇ, ਭਾਵੇਂ ਕੁਝ ਕੁ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਿੱਤੇ ਨੇ, ਪਰ ਉਹ ਜਿਨ੍ਹਾਂ ਨੂੰ ਮਿਲੇ ਨੇ, ਜਿਨ੍ਹਾਂ ਨੂੰ ਦਿੱਤੇ ਨੇ, ਜਿਹੜੇ ਨਹੀਂ ਰਹਿ ਗਏ, ਉਹ ਇੱਕ ਆਸ ਵਾਲੀ ਲਾਈਨ 'ਚ ਤਾਂ ਹੈ ਨਾ। ਸੋ ਇਹ ਜਿਹੜੀ ਸਾਡੀ ਆਮ ਜਨਤਾ ਆ ਜਿਹੜੀ ਮੁੱਦਿਆਂ ਤੋਂ ਭਟਕ ਜਾਂਦੀ ਆ, ਉਹਨਾਂ ਦਾ ਜਿਹੜਾ ਧਿਆਨ ਆ, ਜਿਹੜੀ ਉਹਨਾਂ ਦਾ ਅਵੇਅਰਨੈਸ ਆ, ਉਹ ਬਹੁਤ ਛੋਟੀਆਂ-ਛੋਟੀਆਂ ਤੇ ਗੱਲਾਂ ਤੇ ਅਟਕਿਆ ਹੋਇਆ। ਤੇ ਇਹ ਜਿਹੜੇ ਲੀਡਰ ਨੇ ਇਹ ਬੜੇ ਘਾਗ ਨੇ, ਚੁਸਤ ਨੇ, ਇਹਨਾਂ ਨੂੰ ਫਿਰ ਸਲਾਹਕਾਰ ਵੀ ਉਦਾਂ ਦੇ ਮਿਲਦੇ ਨੇ। ਪਰ ਊਠ ਦੇ ਮੂੰਹ 'ਚ ਜੀਰਾ ਦੇਣ ਨਾਲ ਮਸਲੇ ਹੱਲ ਥੋੜੀ ਹੋਣੇ। ਦੇਖੋ ਮਸਲੇ ਹੱਲ ਹੋਣ ਚਾਹੇ ਨਾ ਹੋਣ, ਮਸਲੇ ਪੈਣ ਢੱਠੇ ਖੂਹ 'ਚ, ਉਹਨਾਂ ਨੂੰ ਮਸਲਿਆਂ ਤੋਂ ਕੀ ਮਸਲਾ ਹੈ? ਉਹਨਾਂ ਨੂੰ ਤਾਂ ਮਸਲਾ ਇਸ ਗੱਲ ਦਾ ਕਿ 22 ਫਰਵਰੀ 'ਚ ਵੋਟਾਂ ਕਿਹਦੇ ਡੱਬੇ 'ਚੋਂ ਵੱਧ ਨਿਕਲਦੀ, ਮਸ਼ੀਨ ਜਿਹੜੀ ਆ ਟੂੰ ਕਿਹਦੀ ਵੱਧ ਵਾਰ ਕਰਦੀ ਹੈ। ਤੇ ਜਦੋਂ 10-15 ਦਿਨਾਂ ਬਾਅਦ ਗਿਣਤੀ ਹੁੰਦੀ ਹੈ ਤੇ ਤਾਜ ਕਿਹਨੂੰ ਮਿਲਦਾ? ਜੇ ਝੂਠ ਬੋਲ ਕੇ ਕੋਈ ਮੁੱਦੇ ਸਿੱਧੇ ਕਰਕੇ ਊਂਠ ਦੇ ਮੂੰਹ 'ਚ ਕੋ ਪਾਈਆ ਜੀਰਾ ਦੇ ਕੇ ਸਰ ਜਾਏ, ਜੇ ਥੋੜੇ ਨਾਲ ਨਹੀਂ ਸਰਦਾ ਤਾਂ ਅੱਧਾ ਕਿਲੋ ਨਾਲ ਸਰ ਜਾਏ। ਮਸਲਾ ਤਾਂ ਇਹ ਆ ਕਿ ਮੁੱਦੇ ਜਿਹੜੇ ਆ ਉਹ ਜੀਂਦੇ ਰੱਖਣੇ ਆ, ਜਾਗਦੇ ਰੱਖਣੇ ਆ, ਭਟਕਾਈ ਰੱਖਣੇ ਨੇ, ਝੂਠ ਵੀ ਬੋਲਣਾ ਆ, ਝੂਠੇ ਲਾਰੇ ਵੀ ਲਾਉਣੇ ਆ, ਅੱਧੇ ਪਚੱਧੇ ਪੂਰੇ ਕਰ ਦੇਣਗੇ। ਹੁਣ ਕੇਜਰੀਵਾਲ ਸਾਹਿਬ ਨੇ ਕਹਿਤਾ ਕਿ ਮੈਂ ਬਿਜਲੀ ਜਿਹੜੀ ਆ ਸਾਰੇ ਪੰਜਾਬ ਨੂੰ ਮੁਫਤ ਦੇ ਦੇਣੀ ਹੈ। ਇਹ ਕੁਝ ਜਾਤੀ ਵਿਸ਼ੇਸ਼ ਰਿਆਇਤਾਂ ਦਿੰਦੇ ਸੀ 200 ਯੂਨਿਟ ਦੀਆਂ, ਉਹਨਾਂ ਨੇ ਸਾਰਿਆਂ ਨੂੰ 300 ਕਹਿ ਦਿੱਤਾ। ਇਹਨਾਂ ਨੇ ਵੀ ਕਿਹਾ ਅਸੀਂ ਵੀ 300 ਦੇ ਦਿਆਂਗੇ, ਜਦ ਕਿ ਅਸੀਂ ਦੇਖਿਆ ਕਿ ਆ ਜਿਹੜਾ 4 ਦਿਨ ਪਹਿਲਾਂ ਮੀਂਹ ਨਹੀਂ ਪਿਆ ਸੀ ਤੇ ਸਾਰੇ ਪੰਜਾਬ 'ਚ ਬਿਜਲੀ ਲੱਭਿਆ ਨਹੀਂ ਸੀ ਲੱਭਦੀ, ਬਿਲਕੁਲ, ਤੇ ਮੁਫਤ ਕਿੱਥੋਂ ਦੇਣੀ ਆ? ਉਹਦਾ ਰੋਡ ਪਲਾਨ ਤੇ ਕੋਈ ਨਹੀਂ ਦੱਸਦਾ। ਜੇ ਤੁਸੀਂ ਮਿਨਿਸਟਰ ਨੇ ਨਹੀਂ ਦੱਸਣਾ ਤੇ ਬਿਜਲੀ ਬੋਰਡ ਦੇ ਇੰਜੀਨੀਅਰ ਨੂੰ ਤੂੰ ਬਿਠਾ ਦਿਓ ਟੀਵੀ ਤੇ ਵੀ ਇਸ ਵਾਰ ਗਲਤੀ ਹੋ ਗਈ, ਅਗਲੀ ਵਾਰ ਤੋਂ ਨਹੀਂ ਹੁੰਦੀ, ਅਸੀਂ ਆਹ ਚੀਜ਼ਾਂ ਕਰਾਂਗੇ, ਇਹ ਪੀਕ ਲੋਡ ਲਈ ਸੋਲਰ એનર્ਜੀ ਲਵਾਂਗੇ ਜਾਂ ਬਾਹਰੋਂ ਖਰੀਦਾਂਗੇ ਜਾਂ ਸਾਡੀਆਂ ਲਾਈਨਾਂ ਰਿਪੇਅਰ ਕਰਾਵਾਂਗੇ ਜਾਂ ਕੋਈ ਖੰਭੇ ਨਵੇਂ ਲਾਵਾਂਗੇ। ਉਹਦਾ ਤਾਂ ਕੋਈ ਪਲਾਨ ਨਹੀਂ, ਮੁਫਤ ਵੰਡਣ ਦੀਆਂ ਗੱਲਾਂ ਕਰੀ ਜਾਂਦੇ ਨੇ। ਅਕਾਲੀ ਦਲ ਨੇ ਵੀ ਇਹ ਤਾਂ ਨਹੀਂ ਦੱਸਿਆ ਕਿ ਜਦੋਂ ਅਸੀਂ ਬਿਜਲੀ ਸਾਡੇ ਕੋਲ ਆਊਗੀ ਤੇ ਅਸੀਂ ਕਿੱਥੋਂ ਲੈ ਕੇ ਆਉਣੀ ਆ, ਕਿੱਥੋਂ ਨਹੀਂ ਲੈ ਕੇ ਆਉਣੀ। ਸਮਝੌਤੇ ਉਹਨਾਂ ਨੇ ਕੀਤੇ ਆ, ਉਹਨਾਂ ਨੇ ਕੈਪਟਨ ਨੂੰ ਕਹਿਤਾ ਵੀ ਜੇ ਉਹ ਸਾਡੇ ਗਲਤ ਨੇ ਤਾਂ ਤੂੰ ਰੱਦ ਕਰ ਦੇ। ਉਹ ਕਹਿੰਦੇ ਅਸੀਂ ਤਾਂ ਬਹੁਤ ਸੋਹਣੇ ਕੀਤੇ ਸੀ। ਸਾਰੇ ਮਾਹਰ ਕਹਿੰਦੇ ਨੇ, ਇਕਨੋਮਿਕ ਮਾਹਰ ਜਾਂ ਬਿਜਲੀ ਮਾਹਰ ਕਹਿੰਦੇ ਨੇ ਕਿ ਉਹ ਸਾਰੇ ਸਮਝੌਤੇ ਜਿਹੜੇ ਗਲਤ ਨੇ। ਸੋ ਗੱਲ ਇਹ ਆ ਕਿ ਇਹਨਾਂ ਦਾ ਜਿਹੜਾ ਧਿਆਨ ਆ ਉਹ ਸਿਰਫ ਔਰ ਸਿਰਫ ਵੋਟਾਂ ਲੁੱਟਣ ਤੱਕ ਆ। ਜਿਹੜੇ ਤੁਸੀਂ ਮੁੱਦਿਆਂ ਦੀ ਗੱਲ ਕਰਦੇ ਹੋ ਉਹ ਤੁਹਾਡੇ ਦਿਮਾਗ 'ਚ ਹੋਣਗੇ ਜਾਂ ਕੁਝ ਚੰਦ ਲੋਕਾਂ ਦੇ ਮਾਈਂਡ 'ਚ ਇਹ ਗੱਲ ਘੁੰਮੇਗੀ, ਬਾਕੀ ਲੋਕਾਂ ਲਈ ਤਾਂ ਸਿਰਫ ਇਹੀ ਆ ਕਿ ਵੋਟਾਂ ਕਿੱਦਾਂ ਪੈਣੀਆਂ। ਜੀ, ਅਕਾਲੀਆਂ ਤੋਂ ਬਾਅਦ ਫਿਰ ਕਾਂਗਰਸੀਆਂ ਦੀ ਗੱਲ ਕਰਦੇ ਆ। ਛੱਡਣੀ ਨਹੀਂ ਤੁਸੀਂ ਗੱਲ? ਨਹੀਂ, ਮੈਂ ਛੱਡਣੀ ਨਹੀਂ। ਅੱਜ ਪ੍ਰਗਟ ਸਿੰਘ ਬੋਲੇ ਨੇ ਫਿਰ
ਬਿਲਕੁਲ ਜੀ, ਬਹੁਤ ਦਿਨ ਤੱਕ ਉਹ ਚੁੱਪ ਰਹੇ, ਜਦੋਂ ਤੱਕ ਉਹਨਾਂ ਨੂੰ ਕੈਪਟਨ ਦੇ ਸਿਆਸੀ ਸਲਾਹਕਾਰ ਨੇ ਫੋਨ ਕਰਕੇ ਕਿਹਾ ਸੀ ਕਿ ਤੇਰੀਆਂ ਵੀ ਫਾਈਲਾਂ ਤਿਆਰ ਨੇ। ਉਹਨਾਂ ਨੇ ਅਗਲੇ ਦਿਨ ਬੜੀ ਲੰਬੀ ਚੌੜੀ ਇੰਟਰਵਿਊ ਦਿੱਤੀ ਸੀ ਤੇ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿਹਨੇ ਮੇਰੇ ਵੱਲ ਆਉਣਾ ਉਹ ਆਵੇ ਜਿਹਦੇ ਪੈਰ ਭਾਰ ਝੱਲਦੇ ਹੋਣ। ਪ੍ਰਗਟ ਸਿੰਘ ਨੇ ਨਾ ਕੋਈ ਗਲਤ ਕੰਮ ਕੀਤਾ ਤੇ ਨਾ ਕਰਨਾ, ਮੇਰੇ ਲਈ ਜਿਹੜੀਆਂ ਮਰਜ਼ੀ ਫਾਈਲਾਂ ਤਿਆਰ ਕਰ ਲਿਓ, ਮੈਂ ਤੇ ਜਿਹੜੀ ਮੁੱਦੇ ਦੀ ਗੱਲ ਆ ਉਹ ਕੀਤੀ ਆ। ਹੁਣ ਕੱਲ ਦੇ ਰੌਲੇ ਰੱਪੇ 'ਚ ਉਹਨਾਂ ਨੇ ਵੀ ਇਹ ਗੱਲ ਕਹੀ ਆ ਇੱਕ ਇੰਟਰਵਿਊ ਦੇ ਵਿੱਚ ਕਿ ਜੇ ਸਿੱਧੂ ਨੂੰ ਪਾਰਟੀ ਦੀ ਪ੍ਰਧਾਨਗੀ ਮਿਲਦੀ ਆ ਤੇ ਉਹ ਪੰਜਾਬ ਦੇ ਜਿਹੜੀ ਆ ਉਹ ਭਲੇ ਦੀ ਗੱਲ ਹੋਵੇਗੀ। ਤੇ ਉਹਨਾਂ ਦਾ ਬੋਲਣਾ ਇਹ ਗੱਲ ਸਿੱਧ ਕਰਦਾ ਕਿ ਉਹ ਹਾਲੇ ਉਸ ਆਪਣੇ ਰੌਂ ਤੇ ਆਪਣੇ ਸਟੈਂਡ ਤੇ ਕਾਇਮ ਨੇ ਕਿ ਜੋ ਮੈਂ ਗੱਲ ਕੀਤੀ ਸੀ ਉਹ ਠੀਕ ਹੈ। ਇਹ ਤੇ ਉਹ ਮੰਤਰੀ ਨੇ ਜਿਹੜੇ ਕਹਿੰਦੇ ਕੁਰਸੀਆਂ ਦਾ ਰੌਲਾ ਨਹੀਂ, ਮੁੱਦੇ ਦਾ ਰੌਲਾ, ਤੇ ਹੁਣ ਇਹ ਕਹਿੰਦੇ ਨੇ ਵੀ ਜੇ ਕੁਰਸੀ ਉਹਨੂੰ ਮਿਲ ਗਈ ਤੇ ਪਾਰਟੀ ਮਜ਼ਬੂਤ ਹੋ ਜਾਣੀ। ਨਹੀਂ ਸਵਲੀਨ ਜੀ, ਤੁਸੀਂ ਇਸ ਗੱਲ ਨੂੰ ਦੂਜੇ ਤਰੀਕੇ ਨਾਲ ਦੇਖੋ। ਜਿਹੜਾ ਬੰਦਾ ਕੁਰਸੀ ਤੇ ਬੈਠਾ ਰਿਹਾ, ਜਿਹੜਾ ਬੰਦਾ ਸੱਤਾ 'ਚ ਰਿਹਾ, ਉਹਦੇ ਹੁੰਦਿਆਂ ਮੁੱਦੇ ਹੱਲ ਨਹੀਂ ਹੋਏ। ਜੇ ਪਾਰਟੀ ਦੀ ਗੱਲ ਕਰੀਏ ਤੇ ਸੁਨੀਲ ਜਾਖੜ ਵੀ ਕੈਬਨਿਟ ਦੇ ਵਿੱਚ ਇਹ ਗੱਲ ਮੁੱਖ ਮੰਤਰੀ ਨੂੰ ਕਹਿ ਸਕਦੇ ਕਿ ਭਾਈ ਚੌਧਰੀ 5 ਸਾਲ 4.5 ਸਾਲ ਹੋ ਗਏ ਤੈਨੂੰ ਮੁੱਖ ਮੰਤਰੀ ਬਣਾਇਆ। ਜੇ ਪਾਰਟੀ ਦੇ ਸੰਵਿਧਾਨ ਦੀ ਗੱਲ ਕਰੀਏ ਤੇ ਜਿਹੜਾ ਪਾਰਟੀ ਦਾ ਪ੍ਰਧਾਨ ਆ ਉਹ ਮੁੱਖ ਮੰਤਰੀ ਦੇ ਨਾਲੋਂ ਵੱਡੀ ਕੁਰਸੀ ਤੇ ਬੈਠਦਾ ਜੀ। ਤੇ ਉਹਨਾਂ ਨੂੰ ਪ੍ਰਗਟ ਸਿੰਘ ਨੂੰ ਹੁਣ ਇਹ ਲੱਗਿਆ ਕਿ ਸੁਨੀਲ ਜਾਖੜ ਤੋਂ ਬਾਅਦ ਜੇ ਸਿੱਧੂ ਆਉਂਦੇ ਨੇ ਤੇ ਉਹ ਗੱਲ ਜਿਹੜੀ ਆ ਮੁੱਦੇ ਦੀ ਗੱਲ ਪਾਰਟੀ ਲੈਵਲ ਦੇ ਉੱਤੇ ਰੱਖੀ ਜਾ ਸਕੇਗੀ। ਕਿਉਂਕਿ ਇਹਨਾਂ ਨੂੰ ਸਾਰਿਆਂ ਨੂੰ ਜਦੋਂ ਵੀ ਕੋਈ ਬੰਦਾ ਪਬਲਿਕ ਪਲੇਟਫਾਰਮ ਤੇ ਬੋਲਦਾ ਤੇ ਇਹ ਗੱਲ ਕਹੀ ਜਾਂਦੀ ਆ ਕਿ ਇਸ ਗੱਲ ਨੂੰ ਪਾਰਟੀ ਦੇ ਪਲੇਟਫਾਰਮ ਤੇ ਰੱਖੋ, ਤੇ ਪਾਰਟੀ ਦੇ ਪਲੇਟਫਾਰਮ ਤੇ ਜਿਹੜਾ ਪਾਰਟੀ ਦਾ ਪ੍ਰਧਾਨ ਆ ਉਹ ਗੱਲ ਸੁਣਦਾ ਨਹੀਂ ਤੇ ਜਿਹੜਾ ਮੁੱਖ ਮੰਤਰੀ ਆ ਉਹ ਵੱਡੀ ਕੁਰਸੀ ਤੇ ਬੈਠਦਾ। ਜੀ, ਪੰਜਾਬ ਨਾਲ ਜੁੜੀ ਹੋਈ ਇੱਕ ਹੋਰ ਗੱਲ ਕਰਦੇ ਹਾਂ। ਦਰਬਾਰ ਸਾਹਿਬ ਦੇ ਨੇੜਿਓਂ ਕੁਝ ਪੁਰਾਤਨ ਨਿਸ਼ਾਨੀਆਂ ਮਿਲੀਆਂ ਨੇ, ਉਹਨਾਂ ਨਿਸ਼ਾਨੀਆਂ ਦਾ ਕੀ ਰੌਲਾ ਪੈ ਗਿਆ? ਦੇਖੋ ਜੀ, ਦਰਬਾਰ ਸਾਹਿਬ ਬੜੇ ਅਕੀਦਤ ਦੀ ਜਗ੍ਹਾ ਆ। ਸਾਰਾ ਪੰਜਾਬ, ਸਾਰਾ ਭਾਰਤ ਤੇ ਸਾਰਾ ਸਿੱਖ ਜਗਤ ਉੱਥੇ ਨਤਮਸਤਕ ਹੁੰਦਾ। ਅਸੀਂ ਵੀ ਜਦੋਂ ਮੌਕਾ ਮਿਲਦਾ ਉਦੋਂ ਜਾਂਦੇ ਆ ਤੇ ਪਿਛਲੇ 30 ਸਾਲ ਤੋਂ ਜਾਂ 40 ਸਾਲ ਦੇ ਵਿੱਚ ਉੱਥੇ ਅਸੀਂ ਬਹੁਤ ਬਦਲਾਵ ਦੇਖੇ ਜੀ। ਬਹੁਤ ਤੰਗ ਗਲੀਆਂ ਹੁੰਦੀਆਂ ਸੀ, ਬੜੇ ਤਰੀਕੇ ਨਾਲ ਉੱਥੋਂ ਰਿਕਸ਼ੇ ਲੰਘਦੇ ਸੀ ਜਾਂ ਰਸ਼ ਰਹਿੰਦਾ ਸੀ। ਉਸ ਤੋਂ ਬਾਅਦ ਉਹਦੀ ਜਿਹੜੀ ਗਲਿਆਰਾ ਯੋਜਨਾ ਆਈ, ਪਹਿਲਾਂ ਤੇ ਉਹਦਾ ਇੱਕ ਬੁਰਾ ਦੌਰ ਆਇਆ 84 ਦਾ। ਉਸ ਤੋਂ ਬਾਅਦ ਫਿਰ ਇੱਕ ਜਦੋਂ ਅਕਾਲੀ ਦਲ ਦੀ ਸਰਕਾਰ ਬਣੀ ਆ, ਨਵਜੋਤ ਸਿੰਘ ਸਿੱਧੂ ਵੀ ਉੱਥੇ MP ਸੀ, ਸੁਖਬੀਰ ਸਿੰਘ ਬਾਦਲ ਨੇ ਇੱਕ ਬਹੁਤ ਚੰਗਾ ਕੰਮ ਕੀਤਾ। ਇਸ ਕੰਮ ਲਈ ਉਹ ਵਾਕਈ ਪ੍ਰਸ਼ੰਸਾ ਦੇ ਪਾਤਰ ਨੇ ਕਿ ਉਹਨਾਂ ਨੇ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ ਰਸਤੇ, ਸਰਾਵਾਂ ਤੇ ਉਹਦੀ ਗਲਿਆਰਾ ਸੀ, ਜੋ ਉਹਦਾ ਸੁੰਦਰੀਕਰਨ ਸੀ, ਜਿੰਨਾ ਕੁ ਕਰ ਸਕਦੇ ਸੀ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਕੀਤਾ। ਦੇਖੋ ਦੀ ਸਵਾਰੀ ਆ ਤੇ ਉੱਥੇ ਤੱਕ ਆਉਣਾ ਜਾਣਾ ਸੌਖਾ ਹੋਇਆ। ਪਰ ਜੇ ਅਸੀਂ ਉਹਨੂੰ ਦੂਸਰੇ ਨਜ਼ਰੀਏ ਤੋਂ ਦੇਖੀਏ ਤਾਂ ਕੀ ਅਸੀਂ ਸਾਰੀਆਂ ਬਿਲਡਿੰਗਾਂ ਨੂੰ ਪੱਥਰ ਦੀਆਂ ਜਾਂ ਸੀਮੈਂਟ ਦੀਆਂ ਬਣਾ ਕੇ ਹੀ ਸੋਹਣੀਆਂ ਬਣਾ ਰਹੇ ਹਾਂ? ਹਰ ਇੱਕ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਇੱਕ ਇਤਿਹਾਸਕ ਮਹੱਤਵ ਹੈ। ਚਾਹੇ ਉੱਥੇ ਕੋਈ ਪੁਰਾਣੇ ਦਰਵਾਜ਼ੇ ਲੱਗੇ ਹੋਏ ਨੇ, ਕੋਈ ਨਕਾਸ਼ੀ ਹੋਈ ਆ, ਕੋਈ ਪੇਂਟਿੰਗ ਆ, ਕੋਈ ਚੰਬਾ ਸ਼ੈਲੀ ਦੀ ਪੇਂਟਿੰਗ ਆ, ਕੋਈ ਕਸ਼ਮੀਰ ਸ਼ੈਲੀ ਦੀ ਪੇਂਟਿੰਗ ਆ, ਕੋਈ ਪੁਰਾਣੇ ਹੋਰ ਉਸ ਤੋਂ ਵੀ ਪੁਰਾਣੀਆਂ ਕਲਾਵਾਂ ਨੇ ਜਿਹੜੀਆਂ ਉੱਥੇ ਜਦੋਂ ਦੇ ਉੱਥੇ ਜਿਹੜੇ ਉੱਥੇ ਤਖਤ 'ਤੇ ਲੋਕ ਬੈਠੇ, ਬਹੁਤ ਵੱਡੇ ਮਹਾਂਪੁਰਸ਼ਾਂ ਨੇ ਉੱਥੇ ਬੈਠ ਕੇ ਉਹਨੂੰ ਬਣਾਉਣ ਦਾ ਵੀ ਦੇਖਿਆ, ਉਹਨੂੰ ਸੰਭਾਲਣ ਦਾ ਵੀ ਦੇਖਿਆ, ਸਰਾਵਾਂ ਬਣੀਆਂ। ਸੋ ਜ਼ਰੂਰੀ ਨਹੀਂ ਹੈਗੀ ਕਿ ਸਾਰਿਆਂ 'ਤੇ ਅਸੀਂ ਸੰਗਮਰਮਰ ਲਾ ਦਈਏ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਖਤਮ ਕਰ ਦਈਏ ਜੀ। ਦੁਨੀਆ ਦੇ ਵਿੱਚ ਤੁਸੀਂ ਬਹੁਤ ਜਗ੍ਹਾ 'ਤੇ ਜਾ ਕੇ ਦੇਖੋਗੇ, ਬਹੁਤ ਵੱਡੇ ਮਿਊਜ਼ੀਅਮ ਬਣੇ ਹੋਏ ਨੇ। ਇਹੋ ਜਿਹੇ ਟੇਬਲ ਕੁਰਸੀਆਂ ਵੀ ਉਹਨਾਂ ਨੇ ਸਾਂਭ ਕੇ ਰੱਖੇ ਜਿੱਥੇ ਕਦੇ ਵੱਡੇ ਸਮਝੌਤੇ ਹੋਏ। ਯੂਰਪ ਦੇ ਵਿੱਚ ਕਾਫੀ ਹਾਊਸ ਇੱਦਾਂ ਦੇ ਬਣੇ ਨੇ ਜਿੱਥੇ ਕਿਤੇ ਵੱਡੇ ਲੇਖਕਾਂ ਨੇ ਬੈਠ ਕੇ ਸਲਾਹਾਂ ਕੀਤੀਆਂ ਜਾਂ ਸਾਹਿਤਕਾਰਾਂ ਨੇ ਸਾਹਿਤ ਰਚਿਆ। ਤੇ ਇਹ ਤੇ ਧਾਰਮਿਕ ਮਹੱਤਵ ਦੀ ਚੀਜ਼ ਹੈ। ਬਿਲਕੁਲ, ਜਦੋਂ ਤੋਂ ਬਣਿਆ ਉਦੋਂ ਤੋਂ ਲੈ ਕੇ ਮੈਂ ਨਹੀਂ ਕਹਿੰਦਾ ਕਿ ਇਹਦੀ ਦਿੱਖ ਨੂੰ ਉਦਾਂ ਹੀ ਰੱਖ ਦੇ, ਹੁਣ ਤੇ ਉਹ ਸੰਭਵ ਨਹੀਂ। ਜੇ ਉਦਾਂ ਹੀ ਰੱਖਦੇ ਤੇ ਬਹੁਤ ਚੰਗਾ ਹੁੰਦਾ। ਉਹਦੇ ਆਲੇ ਦੁਆਲੇ ਹੋਰ ਬੜੀ ਵੱਡੀ ਜਗ੍ਹਾ ਸੀ। ਅਸੀਂ ਜਦੋਂ ਮਥੁਰਾ ਵਰਿੰਦਾਵਨ ਜਾਂਦੇ ਹਾਂ ਜਾਂ ਕਿਸੇ ਹੋਰ ਧਾਰਮਿਕ ਸਥਾਨ 'ਤੇ ਜਾਂਦੇ ਤਾਂ ਸਾਨੂੰ ਲੱਗਦਾ ਆ ਕਿ ਜਦੋਂ ਅਸੀਂ ਵਰਿੰਦਾਵਨ ਨੂੰ ਕਹਿੰਦੇ ਆ ਕਿ ਉਹ ਤੁਲਸੀ ਦਾ ਜੰਗਲ ਆ ਤੇ ਉਹ ਫਿਰ ਉਹਦੀ ਦੇਖਿਆ ਜਿਹੜੀ ਉਦਾਂ ਦੀ ਰੱਖੀ ਜਾਣੀ ਚਾਹੀਦੀ ਹੈ। ਸਾਡੇ ਕੋਲ ਜ਼ਮੀਨ ਦੀ ਕਮੀ ਤਾਂ ਨਹੀਂ ਹੈਗੀ। ਹੁਣ ਇੱਥੇ ਜਿਹੜੀ ਤੁਹਾਡੀ ਅੰਮ੍ਰਿਤਸਰ ਦੀ ਤੁਸੀਂ ਤਾਜ਼ਾ ਗੱਲ ਕਰਦੇ ਆ, ਉੱਥੇ ਫਿਰ ਇੱਕ ਪਾਰਕਿੰਗ ਜਿਹੜਾ ਲੋਟ ਆ ਉਹਨੂੰ ਬਣਾਉਣ ਲਈ ਕੁਝ ਖੁਦਾਈ ਹੋ ਰਹੀ ਸੀ ਤੇ ਥੱਲਿਓਂ ਕੁਝ ਇਹੋ ਜਿਹੀਆਂ ਇਮਾਰਤਾਂ ਨਿਕਲੀਆਂ ਜਿਹੜੀਆਂ ਕਿ ਇਤਿਹਾਸਕ ਹੋਣ ਦੀ ਗਵਾਹੀ ਵੀ ਭਰਦੀਆਂ ਤੇ ਇਹ ਵੀ ਦੱਸਦੀਆਂ ਕਿ ਉੱਥੇ ਹੋਰ ਬਹੁਤ ਕੁਝ ਹੋਵੇਗਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਇਹ ਜਿਹੜਾ ਸ਼ਹਿਰ ਆ ਇਹ ਜਦੋਂ ਤੋਂ ਬਣਿਆ 400 ਸਾਲ 500 ਸਾਲ 600 ਸਾਲ ਹੋਏ ਆ, ਕੋਈ ਬਹੁਤ ਲੰਬਾ ਸਮਾਂ ਨਹੀਂ ਹੈਗਾ ਜੀ। ਇਹਨੂੰ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਪੁਰਾਤੱਤਵ ਵਿਭਾਗ ਹੋਵੇ ਜਾਂ ਆਰਕੋਲੋਜੀਕਲ ਜਿਹੜਾ ਤੁਹਾਡਾ ਸਰਵੇ ਆਫ ਇੰਡੀਆ ASI ਦੀ ਜਿਹੜੀ ਹੁਣ ਆਪਾਂ ਪੁਰਾਤੱਤਵ ਵਿਭਾਗ ਕਹਿੰਦੇ ਆ, ਉਦੋਂ ਤੋਂ ਇਹਦੀ ਜਾਣਕਾਰੀ ਲਈ ਜਾਵੇ। ਇਤਿਹਾਸਕ ਕਿਤਾਬਾਂ, ਇਤਿਹਾਸਕ ਦਸਤਾਵੇਜ਼, ਇਤਿਹਾਸਕ ਡਾਕੂਮੈਂਟ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੱਸ ਸਕਦੀਆਂ ਨੇ ਕਿ ਇੱਥੇ ਪਹਿਲਾਂ ਕੀ ਸੀ ਜੀ। ਤੇ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਤੁਸੀਂ ਪਾਰਕਿੰਗ ਸਟੇਸ਼ਨ ਹੀ ਬਣਾਉਣਾ ਤੇ ਸਾਰੀ ਜਿਹੜੀ ਖੁਦਾਈ ਆ ਉਹਨੂੰ ਤੋੜ ਮਰੋੜ ਦਿੱਤਾ ਜਾਵੇ ਤੇ ਸਾਰੀਆਂ ਚੀਜ਼ਾਂ ਨੂੰ ਮੁੜ ਕੇ ਸੀਮੈਂਟ ਨਾਲ ਲਾ ਦਿਓ ਤੇ ਦਰਵਾਜ਼ੇ ਪੁਰਾਣੇ ਲਾ ਕੇ ਕਿਤੇ ਰੱਖ ਲਓ ਤੇ ਨਵੇਂ ਲਾ ਦਿਓ ਤੇ ਮੁੜ ਕੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਲੱਭਣ ਨਾ। ਬਹੁਤ ਸੋਹਣੇ ਤਰੀਕੇ ਨਾਲ ਜੇ ਕੋਈ ਚੀਜ਼ ਬਦਲਣੀ ਦੀ ਆ ਤੇ ਉਹਦੇ ਲਈ ਇੱਕ ਮਿਊਜ਼ੀਅਮ ਬਣੇ ਹੋਏ ਨੇ, ਉਹਨੂੰ ਰੱਖੋ ਤੇ ਲੋਕਾਂ ਨੂੰ ਉਹਦੀ ਜਾਣਕਾਰੀ ਦਿਓ ਤਾਂ ਜੋ ਅਸੀਂ ਇਤਿਹਾਸ ਨਾਲ
ਜੁੜੇ ਰਹਿ ਸਕੀਏ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਦੱਸਣੀਆਂ ਨੇ ਕਿ ਪੰਜਾਬ ਕਿੱਦਾਂ ਦਾ ਹੁੰਦਾ ਸੀ, ਅਸੀਂ ਕਿੱਦਾਂ ਦੇ ਹੁੰਦੇ ਸੀ, ਵਿਰਸਾ ਕਿੱਦਾਂ ਦਾ ਹੁੰਦਾ ਸੀ, ਬੋਲੀ ਕਿੱਦਾਂ ਦੀ ਹੁੰਦੀ ਸੀ, ਸਾਡੇ ਬਜ਼ੁਰਗ ਕਿੱਦਾਂ ਦੇ ਹੁੰਦੇ ਸੀ। ਰੌਲਾ ਤੇ ਅਸੀਂ ਸਾਰੇ ਪਾਉਂਦੇ ਆ ਪਰ ਕਰਦੇ ਕੁਝ ਨਹੀਂ, ਤੇ ਜਿਹੜੇ ਕਰ ਸਕਦੇ ਨੇ ਉਹ ਵੀ ਜਿਸ ਤਰੀਕੇ ਨਾਲ ਕਰ ਰਹੇ ਨੇ ਉਹ ਨਾ ਕਾਫੀ ਆ। ਤੇ ਅਸੀਂ ਜਦੋਂ ਬਹੁਤ ਸਾਰੀ ਚੀਜ਼ਾਂ ਗਵਾ ਬੈਠਾਂਗੇ ਫਿਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਕਿੱਥੇ ਸੀ ਤੇ ਹੁਣ ਕਿੱਥੇ ਪਹੁੰਚ ਗਏ। ਬਿਲਕੁਲ, ਇਹ ਗੱਲ ਸੀ ਪੰਜਾਬ ਦੀ, ਤੇ ਭਾਰਤ ਦੇ ਵੀ ਕੁਝ ਮੁੱਦੇ ਫਰੋਲਾਂਗੇ। ਜਲਦ ਹਾਜ਼ਰ ਹੁੰਨੇ ਆ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਗੱਲ ਕਰਦੇ ਸੀ ਪੰਜਾਬ ਦੀ, ਤੇ ਹੁਣ ਅਸੀਂ ਗੱਲ ਕਰਾਂਗੇ ਇੱਕ ਕਿਸਾਨ ਦੀਆਂ ਅਫਸਰ ਬਣੀਆਂ 5 ਕੁੜੀਆਂ ਦੀ, ਮੇਹੁਲ ਚੌਕਸੀ ਦੀ ਜ਼ਮਾਨਤ ਦੀ, ਤੇ ਟੋਕੀਓ 올림픽ਸ ਦੀ ਵੀ ਗੱਲ ਕਰਾਂਗੇ। ਸ਼ਰਮਾ ਜੀ, ਧੀਆਂ ਨੂੰ ਕੁੱਖ 'ਚ ਮਾਰਨ ਵਾਲੇ ਲੋਕਾਂ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਇੱਕ ਖਬਰ ਸਾਹਮਣੇ ਆਈ ਹੈ, ਉਹ ਕੀ ਹੈ ਜੀ? ਦੇਖੋ, ਕਦੀ ਜਦੋਂ ਅਸੀਂ ਖਬਰਾਂ ਪੜ੍ਹਦੇ ਹਾਂ, ਤੁਸੀਂ ਰਾਜਨੀਤੀ ਦੀ ਗੱਲ ਕੀਤੀ ਜਾਂ ਅਸੀਂ ਹੋਰ ਸਰੋਕਾਰਾਂ ਦੀ ਗੱਲ ਕਰਦੇ ਹਾਂ, ਤੇ ਅਕਸਰ ਸਾਡੇ ਪੱਲੇ ਜਿਹੜੀ ਆ ਨਿਰਾਸ਼ਾ ਹੀ ਪੈਂਦੀ ਜੀ। ਤੇ ਸਾਨੂੰ ਲੱਗਦਾ ਕਿ ਸਾਡੇ ਸਮਾਜ ਦੇ ਵਿੱਚ ਕੁਝ ਵੀ ਚੰਗਾ ਨਹੀਂ ਹੋ ਰਿਹਾ, ਬਹੁਤ ਚੀਜ਼ਾਂ ਖਰਾਬ ਨਜ਼ਰ ਆਉਂਦੀਆਂ ਨੇ, ਤੰਤਰ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਤੇ ਸਿਸਟਮ ਦੇ ਵਿੱਚ ਵੀ ਸਾਰਾ ਕੁਝ ਸਾਨੂੰ ਖਰਾਬ ਨਜ਼ਰ ਆਉਂਦਾ। ਪਰ ਕਦੇ ਕੋਈ ਚੰਗੀ ਖਬਰ ਆਉਂਦੀ ਹੈ ਤੇ ਬਹੁਤ ਸਕੂਨ ਮਿਲਦਾ ਤੇ ਬਹੁਤ ਚੰਗਾ ਵੀ ਲੱਗਦਾ। ਰਾਜਸਥਾਨ ਦੀ ਹਨੂਮਾਨਗੜ੍ਹ ਜ਼ਿਲ੍ਹੇ ਦੀ ਰਾਵਤਸਰ ਤਹਿਸੀਲ ਦਾ ਪਿੰਡ ਆ ਜੀ ਭੇਰੂਸਰੀ ਜੀ। ਕਿਸਾਨ ਆ, ਉਹ 8ਵੀਂ ਪਾਸ ਆ ਤੇ ਉਹਦੀਆਂ 2 ਕੁੜੀਆਂ ਨੇ 2020 ਦੇ ਵਿੱਚ ਰਾਜਸਥਾਨ ਐਡਮਿਨਿਸਟ੍ਰੇਸ਼ਨ ਸਰਵਿਸਿਜ਼ ਦਾ ਟੈਸਟ ਪਾਸ ਕਰ ਲਿਆ ਸੀ, ਤੇ ਇੱਕ ਕੁੜੀ ਤੇ ਉਹਦੀ ਝੁੰਝਨੂ ਦੇ ਵਿੱਚ BDPO ਲੱਗੀ ਹੋਈ ਆ ਤੇ ਦੂਜੀ ਵੀ ਅਫਸਰ ਆ ਜੀ। ਤੇ ਬਹੁਤ ਉਹਦੀ ਜਿਹੜੀ ਪਤਨੀ ਆ ਉਹ ਵੀ ਅਨਪੜ੍ਹ ਆ, ਖੇਤੀ ਕਰਦਾ ਥੋੜੀ ਬਹੁਤ, ਪਰ ਉਸ ਬੰਦੇ ਨੇ ਇਹ ਕਿਹਾ ਕਿ ਮੈਂ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਜਿਹੜੀ ਐਜੂਕੇਸ਼ਨ ਆ ਬਹੁਤ ਜ਼ਰੂਰੀ ਚੀਜ਼ ਆ, ਮੈਨੂੰ ਨਹੀਂ ਮਿਲੀ ਤੇ ਮੇਰੇ ਬੱਚਿਆਂ ਨੂੰ ਜ਼ਰੂਰ ਮਿਲਣੀ ਚਾਹੀਦੀ। ਹੁਣ ਇਸ ਵਾਰ ਦੀ ਖਬਰ ਇਹ ਆ ਸਵਲੀਨ ਜੀ ਕਿ 3 ਜਿਹੜੀਆਂ ਕੁੜੀਆਂ ਉਹਦੀਆਂ ਹੋਰ ਸੀ, ਉਹਨਾਂ ਤਿੰਨਾਂ ਨੇ ਉਹ ਟੈਸਟ ਜਿਹੜਾ ਇਸ ਵਾਰ ਫਿਰ ਪਾਸ ਕਰ ਲਿਆ, ਤੇ ਉਹਨਾਂ ਦਾ ਰੈਂਕ ਵੀ ਜਿਹੜੀ ਉਹਨਾਂ ਦੀ ਆਪਣੀ ਕੈਟਾਗਰੀ ਸੀ ਉਹਦੇ ਵਿੱਚ ਇੱਕ ਦਾ ਕੋ 30 ਦੇ ਨੇੜੇ ਤੇੜੇ ਦਾ ਰੈਂਕ ਆ, ਦੂਜੀ ਦਾ 90 ਦੇ ਨੇੜੇ ਤੇੜੇ, ਤੇ ਤੀਜੀ ਦਾ ਵੀ 90 ਦੇ ਵਿੱਚ ਹੀ ਆ। ਕੁੱਲ ਮਿਲਾ ਕੇ ਉਹ ਉਸ ਗਰੀਬ ਕਿਸਾਨ ਦੀਆਂ, ਛੋਟੇ ਕਿਸਾਨ ਦੀਆਂ 5 ਕੁੜੀਆਂ ਰਾਜਸਥਾਨ ਦੇ ਵਿੱਚ, ਰਾਜਸਥਾਨ ਐਡਮਿਨਿਸਟ੍ਰੇਸ਼ਨ ਸਰਵਿਸਿਜ਼, ਜਿੱਦਾਂ ਪੰਜਾਬ ਦੇ ਵਿੱਚ PCS ਆ, ਪੰਜਾਬ ਸਿਵਲ ਸਰਵਿਸਿਜ਼, ਸਾਡੇ ਤੋਂ ਨਾਲ ਦੇ ਬਹੁਤ ਲੋਕ ਉਸ ਟੈਸਟ ਦੀ ਤਿਆਰੀ ਕਰਦੇ ਆ ਤੇ ਬਹੁਤ ਮਿਹਨਤ ਕਰਦੇ ਆ, ਬਹੁਤ ਪਾਸ ਵੀ ਹੁੰਦੇ ਆ ਤੇ ਥੋੜੇ ਪਾਸ ਵੀ ਹੁੰਦੇ ਆ ਤੇ ਬਹੁਤ ਰਹਿ ਵੀ ਜਾਂਦੇ ਆ। ਤੇ ਜੇ ਇੱਕ ਹੀ ਟੱਬਰ ਦੇ 5 ਕੁੜੀਆਂ 5 ਦੀਆਂ 5 ਉਹਦੇ ਚ ਅਫਸਰ ਬਣ ਜਾਂਦੀਆਂ ਨੇ ਤੇ ਬਹੁਤ ਚੰਗੀ ਗੱਲ ਆ। ਕਿਸਾਨ ਦੀ ਤਪੱਸਿਆ ਜਿਹਨੇ 5 ਧੀਆਂ ਅਫਸਰ ਬਣਾ ਲੀਆਂ ਨੇ। ਬਿਲਕੁਲ, ਉਹਦੀ ਤਪੱਸਿਆ ਤੇ ਹੈ ਹੀ ਕਿ ਉਹਨੇ ਉਹਨਾਂ ਨੂੰ ਚੰਗੇ ਸੰਸਕਾਰ ਦਿੱਤੇ, ਰੋਟੀ ਪਾਣੀ ਦਿੱਤਾ, ਜਾਂ ਜਿੰਨੀ ਕੁ ਮਿਹਨਤ ਉਹ ਕਰ ਸਕਦਾ ਸੀ ਉਹ ਕਰਦਾ ਰਿਹਾ। ਕੁੜੀਆਂ ਦੀ ਵੀ ਸ਼ਾਬਾਸ਼ੀ ਆ ਕਿ ਉਹਨਾਂ ਨੇ ਜਿੰਨੇ ਸਾਧਨ ਮਿਲੇ ਉਹਨਾਂ ਦੇ ਵਿੱਚ ਹੀ ਰਹਿ ਕੇ ਪੜ੍ਹਾਈ ਕੀਤੀ, ਤੇ ਉਹਦੀ ਜਿੰਨੀ ਲੋੜ ਸੀ ਉਹ ਤੋਂ ਵੱਧ ਮਿਹਨਤ ਕੀਤੀ, ਤਾਂ ਦੀ ਉਹ ਰੈਂਕ ਤੱਕ ਪਹੁੰਚੀਆਂ। ਤੇ ਬਹੁਤ ਚੰਗੀ ਗੱਲ ਆ ਤੇ ਇਹਦੇ ਤੋਂ ਸਿੱਖਿਆ ਲੈਣ ਦੀ ਲੋੜ ਆ। ਅਸੀਂ ਗੱਲਾਂ ਤੇ ਬਹੁਤ ਕਰਦੇ ਆ ਪਰ ਉਸ ਸਿੱਖਿਆ ਤੱਕ, ਉੱਥੇ ਤੱਕ ਪਹੁੰਚਣ ਲਈ ਉਹਨੇ ਵਸੀਲੇ ਭਾਵੇਂ ਹੋਣ ਚਾਹੇ ਨਾ ਹੋਣ। ਜਦੋਂ ਅਸੀਂ ਬੀਤੇ ਦੇ ਵਿੱਚ ਦੇਖਦੇ ਆ ਰਾਜਸਥਾਨ, ਤਾਂ ਇਹ ਗੱਲ ਸੀ ਬਹੁਤੇ ਸਾਡੇ IAS ਅਫਸਰ ਇਹੋ ਜਿਹੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਜਿਨ੍ਹਾਂ ਕੋਲ ਵਸੀਲਿਆਂ ਦੀ ਬਹੁਤ ਘਾਟ ਹੁੰਦੀ ਹੈ, ਪਰ ਉਹਨਾਂ ਕੋਲ ਇੱਕ ਡੈਡੀਕੇਸ਼ਨ ਤੇ ਇੱਕ ਨਿਸ਼ਾਨਾ ਜਿਹੜਾ ਆ ਉਹ ਹੁੰਦਾ, ਤੇ ਫਿਰ ਹੀ ਇਹ ਜਿਹੜੀ ਆ ਮਸਲਾ ਹੱਲ ਹੁੰਦਾ। ਸੋ ਸਾਡੇ ਜਿਹੜੇ ਵਿਦਿਆਰਥੀ ਜਿਹੜੇ ਪੜ੍ਹ ਰਹੇ ਨੇ ਜਾਂ ਸੁਣ ਰਹੇ ਨੇ, ਉਹਨਾਂ ਨੂੰ ਲੋੜ ਹੈ ਇਸ ਗੱਲ ਨੂੰ ਸੁਣਨ ਦੀ ਕਿ ਵਸੀਲਿਆਂ ਦੇ ਉੱਤੇ ਬਹੁਤਾ ਧਿਆਨ ਨਾ ਦਿਓ ਕਿ ਸਾਨੂੰ ਮੋਬਾਈਲ ਫੋਨ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਵਾਈਫਾਈ ਮਿਲ ਰਿਹਾ ਕਿ ਨਹੀਂ ਮਿਲ ਰਿਹਾ, ਲਾਇਬ੍ਰੇਰੀ ਦੀ ਫੈਸਿਲਿਟੀ ਮਿਲ ਰਹੀ ਆ, ਮੋਟਰਸਾਈਕਲ ਮਿਲ ਰਿਹਾ। ਜੇ ਅਸੀਂ ਲੱਗੇ ਰਹੀਏ ਤੇ ਅਸੀਂ ਘੱਟ ਵਸੀਲਿਆਂ ਨਾਲ ਵੀ ਇਹੋ ਜਿਹੇ ਜਿਹੜੇ ਆ ਆਪਣੇ ਨਿਸ਼ਾਨੇ ਆ ਉਹਨਾਂ ਤੱਕ ਪਹੁੰਚ ਸਕਦੇ ਜੀ। ਥੋੜੀ ਜਿਹੀ ਗੱਲ ਮੇਹੁਲ ਚੌਕਸੀ ਦੀ ਵੀ ਕਰ ਲਈਏ, ਸੁਣਿਆ ਉਹਦੀ ਜ਼ਮਾਨਤ ਹੋ ਗਈ ਹੈ। ਦੇਖੋ, ਜ਼ਮਾਨਤ ਉਹਦੀ ਹੋਈ ਆ, ਉਹ ਐਂਟੀਗੁਆ ਗਿਆ ਹੋਇਆ ਸੀ, ਇੱਥੋਂ ਹੀਰਿਆਂ ਦਾ ਵਪਾਰੀ ਆ, ਤੇ ਮੋਦੀ ਰਾਜ ਦੇ ਵਿੱਚ ਜਿਹੜੇ 5-7 ਵੱਡੇ ਬੰਦੇ ਮੁਲਕ ਛੱਡ ਕੇ ਗਏ ਆ, ਵੱਡੇ ਘੁਟਾਲੇ ਕਰਕੇ ਹਜ਼ਾਰਾਂ ਕਰੋੜਾਂ ਦੇ ਘਪਲੇ, ਫਿਊਜੀਟਿਵ, ਬਿਲਕੁਲ ਜੀ ਭਗੌੜੇ, ਤੇ ਉੱਥੋਂ ਉਹ ਚਲਾ ਗਿਆ ਸੀ ਡੋਮਿਨਿਕਾ। ਉੱਥੇ ਉਹ 51 ਦਿਨ ਹਿਰਾਸਤ 'ਚ ਰਿਹਾ, ਤੇ ਭਾਰਤ ਸਰਕਾਰ ਦਾ ਬਹੁਤ ਜ਼ੋਰ ਲੱਗਾ ਹੋਇਆ ਸੀਗਾ ਕਿ ਉਹਨੂੰ ਇੱਥੋਂ ਇੰਡੀਆ ਡਿਪੋਰਟ ਕਰਵਾ ਲਿਆ ਜਾਵੇ। ਉਹਦੀ ਜਿਹੜੀ ਪ੍ਰਤਿਆਰਪਣ ਆ, ਜਿਹਨੂੰ ਆਪਾਂ ਕਹਿੰਦੇ ਆ ਸੰਧੀ ਹੈਗੀ ਆ ਸਾਡੀ ਉਹਨਾਂ ਨਾਲ ਟਰਾਂਸਫਰ ਦੀ, ਉਹਦੀ ਸੀਗੀ ਡੋਮਿਨਿਕਾ ਨਾਲ, ਤੇ ਉਹਨੂੰ ਇੱਥੇ ਲਿਆਂਦਾ ਜਾਵੇ। ਪਰ ਉੱਥੇ ਦੀ ਅਦਾਲਤ ਨੇ ਇਹਨਾਂ ਦੀ ਜਿਹੜੀ ਗੱਲ ਨਹੀਂ ਮੰਨੀ ਤੇ ਉਹਨੂੰ ਜ਼ਮਾਨਤ ਦੇ ਦਿੱਤੀ, ਤੇ ਉਹ ਵਾਪਸ ਐਂਟੀਗੁਆ ਪਹੁੰਚ ਗਿਆ। ਉੱਥੇ ਦਾ ਉਹ ਨਾਗਰਿਕ ਆ, ਉੱਥੇ ਉਹ ਰਹਿ ਸਕਦਾ। ਤੇ ਉਹਨੇ ਹੁਣ ਉੱਥੇ ਇੱਕ ਜਿਹੜਾ ਭਾਸ਼ਣ ਦਿੱਤਾ, ਇੱਕ ਸਪੀਚ ਦਿੱਤੀ, ਜਾਂ ਆਪਣੀ ਇੱਕ ਆਡੀਓ ਟੇਪ ਜਾਰੀ ਕੀਤੀ, ਉਹਦੇ 'ਚ ਉਹਨੇ ਕਿਹਾ ਕਿ ਮੈਂ ਵਾਪਸ ਘਰ ਆ ਗਿਆ। ਤੇ ਉਸ ਤੋਂ ਬਾਅਦ ਉਹਨੇ ਇਹ ਵੀ ਕਿਹਾ ਕਿ ਭਾਰਤ ਸਰਕਾਰ ਨੇ ਮੇਰੀਆਂ ਸਾਰੀਆਂ ਪ੍ਰਾਪਰਟੀਆਂ ਜ਼ਬਤ ਕਰ ਲਈਆਂ, ਮੇਰਾ ਜੋ ਕੁਝ ਸੀ ਲੁੱਟ-ਪੁੱਟ ਲਿਆ। ਤੇ ਉਸ ਤੋਂ ਬਾਅਦ ਉਹਨੇ ਇਹਨਾਂ ਤੇ ਦੋਸ਼ ਲਾਏ ਕਿ ਇਹਨਾਂ ਨੇ, ਮੈਂ ਡੋਮਿਨਿਕਾ ਨਹੀਂ ਗਿਆ ਸੀ, ਡੋਮਿਨਿਕਾ ਦੇ ਵਿੱਚ ਮੈਨੂੰ ਇਹ ਕਿਡਨੈਪ ਕਰਕੇ ਲੈ ਕੇ ਗਏ। ਉਹ ਪਹਿਲੇ ਦਿਨ ਵੀ ਉਹਨੇ ਇਹੀ ਗੱਲ ਕੀਤੀ ਸੀ, ਤੇ ਉੱਥੇ ਦੀ ਅਦਾਲਤ ਨੇ ਮੰਨ ਕੇ ਹੀ ਇਹਨੂੰ ਜ਼ਮਾਨਤ ਦਿੱਤੀ ਹੈ। ਤਾਂ ਉਹਨੇ ਹੁਣ ਭਾਰਤ ਦੀ ਸਰਕਾਰ ਨੂੰ ਚੰਗਾ ਲਤਾੜ ਲਾਈ ਆ ਕਿ ਮੇਰੀ ਇਹਨਾਂ ਨੇ ਸਾਰਾ ਕੁਝ ਲੁੱਟ-ਪੁੱਟ ਤੋਂ ਬਾਅਦ ਵੀ ਮੇਰੀ ਜਿਹੜੀ ਇਹਨਾਂ ਨੇ ਗੱਲ ਆ ਉਹ ਨਹੀਂ ਸੁਣੀ, ਤੇ ਮੇਰੇ ਜਿਹੜੇ ਮਨੁੱਖੀ ਅਧਿਕਾਰ ਆ ਉਹਨਾਂ ਦੀ ਵੀ ਇਹ ਜਿਹੜੀ ਆ ਉਲੰਘਣਾ ਕਰਦੇ ਸੀ, ਤੇ ਮੈਂ ਹੁਣ ਵਾਪਸ ਆਪਣੇ ਘਰ ਆ ਰਿਹਾ।
ਤੇ ਮੋਦੀ ਸਾਹਿਬ ਜਦੋਂ ਬਹੁਤ ਗੱਲਾਂ ਕਰਦੇ ਨੇ ਕਿ ਜੋ ਵੀ ਗਏ ਹੈ ਵਿਦੇਸ਼ੀ ਧਨ ਹਮ ਲਾਏਂਗੇ, ਕਾਲਾ ਧਨ ਲਾਏਂਗੇ, ਤੇ ਉਹਦੇ ਤੇ ਉਹਨਾਂ ਦੀ ਜਿਹੜੀ ਇਹ ਗੱਲ ਆ ਉਹਨੂੰ ਇੱਕ ਡੈਂਟ ਜ਼ਰੂਰ ਪਿਆ ਆ ਕਿ ਇੱਕ ਬੰਦੇ ਨੂੰ ਤੁਸੀਂ ਵਾਪਸ ਲਿਆਉਣ ਦੀ ਕੋਸ਼ਿਸ਼ ਕਰਦੇ ਸੀ, ਜਦ ਕਿ ਉੱਥੇ ਦੀ ਅਦਾਲਤ ਨੇ ਉਹਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਹੁਣ ਉੱਥੇ ਬੈਠ ਕੇ ਤੇ ਤੁਹਾਡੇ ਖਿਲਾਫ ਗੱਲ ਵੀ ਕਰ ਰਿਹਾ। ਜੀ, ਅਸੀਂ ਪ੍ਰੋਗਰਾਮ 'ਚ ਟੋਕੀਓ ਓਲੰਪਿਕਸ ਦੀ ਗੱਲ ਬਹੁਤ ਘੱਟ ਕੀਤੀ ਹੈ। 23 ਜੁਲਾਈ ਤੋਂ ਓਲੰਪਿਕਸ ਸ਼ੁਰੂ ਹੋਣ ਵਾਲੇ ਨੇ ਤੇ ਕਰੋਨਾ ਵੀ ਇਸ ਵੇਲੇ ਜ਼ੋਰ ਤੇ ਆ। ਕੀ ਕੁਝ ਚੇਂਜਸ ਰਹਿਣਗੇ ਇਸ ਵੇਲੇ? ਸਵਲੀਨ ਜੀ, ਓਲੰਪਿਕ ਦੀ ਗੱਲ ਅਸੀਂ ਤਦ ਘੱਟ ਕੀਤੀ ਸੀ, ਅਸੀਂ ਸੋਚਦੇ ਸੀ ਕਿ ਓਲੰਪਿਕ ਜਦੋਂ ਸ਼ੁਰੂ ਹੋਣਗੀਆਂ ਫਿਰ ਆਪਾਂ ਰੋਜ਼ ਇਹਦੀ ਗੱਲ ਕਰਿਆ ਕਰਾਂਗੇ, ਜਾਂ ਫਿਰ ਘੱਟੋ ਘੱਟ ਇੱਕ ਪੂਰਾ ਐਪੀਸੋਡ ਜਿਹੜਾ ਓਲੰਪਿਕ ਤੇ ਕਰੀਏ, ਕਿਉਂਕਿ ਦੁਨੀਆ ਦੀਆਂ ਮਲਟੀਪਲ ਸਪੋਰਟਸ ਦੀ ਸਭ ਤੋਂ ਵੱਡੀ ਈਵੈਂਟ ਆ। ਜਦੋਂ ਇਹਦੀ ਓਰੀਜਨ ਦੀ ਗੱਲ ਕੀਤੀ ਜਾਂਦੀ ਹੈ ਤੇ ਓਲੰਪਿਕ ਜਿਹੜੀ ਆ ਉਹ ਕਹਿੰਦੇ ਆ ਕਿ BC ਤੋਂ ਵੀ ਪਹਿਲਾਂ ਚੱਲਦੀ ਹੈ, ਬਹੁਤ ਪੁਰਾਣੀ ਹੈ। ਪਰ ਵਿਧੀਵਤ ਤੌਰ ਤੇ ਵੀ 1896 ਤੋਂ ਜਿਹੜੀ ਆ ਇਹ ਰੋਮ ਜਾਂ ਗ੍ਰੀਸ ਤੋਂ ਜਿਹੜੀ ਆ ਉਹ ਚੱਲ ਰਹੀ ਆ। ਹਰ 4 ਸਾਲ ਬਾਅਦ ਜਿਹੜੀ ਆ ਓਲੰਪਿਕ ਹੁੰਦੀ ਆ। ਪਰ 1940 ਤੇ 44 ਦੇ ਵਿੱਚ ਜਿਹੜੀਆਂ ਇਹ 2 ਵਾਰ ਨਹੀਂ ਹੋਈਆਂ ਵਰਲਡ ਵਾਰ ਦੇ ਟਾਈਮ ਕਰਕੇ। ਬਹੁਤ ਸਾਰੇ ਤੱਥ ਨੇ ਜਿਹੜੇ ਓਲੰਪਿਕ ਦੇ ਬਾਰੇ 'ਚ ਦਿੱਤੇ ਜਾ ਸਕਦੇ ਨੇ। ਓਲੰਪਿਕ 'ਚ ਕਿੰਨੀਆਂ ਖੇਡਾਂ ਹੁੰਦੀਆਂ ਨੇ, ਕਿੰਨੇ ਤਮਗੇ ਮਿਲਦੇ ਨੇ, ਕੀ ਹੁੰਦਾ ਤੇ ਕੀ ਨਹੀਂ ਹੁੰਦਾ, ਕਿਹੜੇ ਦੇਸ਼ਾਂ ਨੇ ਕਰਾਈਆਂ। 2 ਵਾਰ ਜਿੱਦਾਂ ਮੈਂ ਹੁਣੇ ਦੱਸਿਆ ਕਿ ਵਰਲਡ ਵਾਰ ਦੇ ਦੌਰਾਨ ਜਿਹੜੀ ਓਲੰਪਿਕ ਨਹੀਂ ਹੋ ਸਕੀ। 2020 ਦੇ ਵਿੱਚ ਟੋਕੀਓ 'ਚ ਹੋਣੀਆਂ ਸੀ ਓਲੰਪਿਕ, ਕਰੋਨਾ ਦੇ ਦੌਰਾਨ ਉਹਨਾਂ ਨੂੰ ਜਿਹੜਾ ਟਾਲਿਆ ਗਿਆ। 24 ਜੁਲਾਈ ਨੂੰ ਉੱਥੇ ਸ਼ੁਰੂ ਹੋਣੀਆਂ ਸੀ ਤੇ 7 ਅਗਸਤ ਨੂੰ ਖਤਮ ਹੋਣੀਆਂ ਸੀ। 1 ਸਾਲ ਪੂਰਾ ਟਾਲ ਦਿੱਤਾ ਗਿਆ ਤੇ ਹੁਣ 23 ਜੁਲਾਈ ਨੂੰ ਸ਼ੁਰੂ ਹੋਣੀਆਂ ਅਗਲੇ ਹਫਤੇ ਤੋਂ, ਤੇ 8 ਅਗਸਤ ਨੂੰ ਐਤਵਾਰ ਦੇ ਦਿਨ ਇਹਨਾਂ ਦਾ ਜਿਹੜਾ ਆ ਉਹ ਸਮਾਪਨ ਸਮਾਰੋਹ ਹੋਣਾ ਆ। ਬਹੁਤ ਹੀ ਵੱਡਾ ਇੱਕ ਆਯੋਜਨ ਆ, ਸਾਰੀ ਦੁਨੀਆ ਦੇ ਖਿਡਾਰੀ ਉਹਦੇ 'ਚ ਭਾਗ ਲੈਂਦੇ ਆ। ਜਦੋਂ ਅਸੀਂ ਥੋੜ੍ਹੀ ਵੱਡੇ ਹੋਏ, ਥੋੜ੍ਹੀ ਸਮਝ ਖੇਡਾਂ ਦੀ ਆਉਣ ਲੱਗੀ ਤੇ USSR ਦਾ ਬੜਾ ਦਬਦਬਾ ਹੁੰਦਾ ਸੀ, ਯੂਨਾਈਟਿਡ ਸਟੇਟਸ ਆਫ ਸੋਸ਼ਲਿਸਟ ਰਿਪਬਲਿਕ, ਜਿਹਨੂੰ ਆਪਾਂ ਰਸ਼ੀਆ ਕਹਿੰਦੇ ਆ, USSR ਜੀ, ਉਹਦਾ ਜਿਹੜਾ ਆ ਬਹੁਤ ਦਬਦਬਾ ਹੁੰਦਾ ਸੀ ਤੇ ਪਹਿਲੇ ਨੰਬਰਾਂ ਦੇ ਵਿੱਚ ਉਹੀ ਆਉਂਦੇ ਸੀ। ਫਿਰ ਅਮਰੀਕਾ ਦਾ ਵੀ ਦਬਦਬਾ ਰਿਹਾ ਤੇ ਹੁਣ ਚੀਨ ਦੇ ਜਿਹੜੇ ਖਿਡਾਰੀ ਆ ਉਹ ਬਹੁਤ ਇਹਦੇ ਤੇ ਨਾਮਣਾ ਖੱਟ ਰਹੇ। 36 ਦੇ ਵਿੱਚ ਬਰਲਿਨ 'ਚ ਹੋਈਆਂ, 1938 ਦੇ ਵਿੱਚ ਇਹਦੇ ਤੇ ਇੱਕ ਫਿਲਮ ਬਣੀ ਓਲੰਪੀਆ, 2 ਪਾਰਟਸ ਦੀ ਫਿਲਮ ਸੀ ਤੇ ਹਿਟਲਰ ਦਾ ਰਾਜ ਸੀ ਤੇ ਉਹਨੇ ਇੱਕ ਫਿਲਮ ਬਣਾਈ ਤੇ ਉਹ ਜਿਹੜੀ ਫਿਲਮ ਆ ਖੇਡਾਂ ਤੇ ਬਣੀਆਂ ਹੋਈਆਂ ਬਿਹਤਰੀਨ ਡਾਕੂਮੈਂਟਰੀਆਂ ਦੇ ਵਿੱਚੋਂ ਇੱਕ ਆ। ਤੇ ਇੱਕ ਵਾਰ ਉੱਥੇ ਇਹਨਾਂ ਖੇਡਾਂ ਦੇ ਵਿੱਚ ਲੜਾਈ ਝਗੜਾ ਵੀ ਹੋਇਆ। ਇਜ਼ਰਾਈਲ ਤੇ ਫਲਸਤੀਨ ਨੇ ਉੱਥੇ ਕੁਝ ਹਮਲੇ ਹੋਏ, ਕੁਝ ਖਿਡਾਰੀ ਮਾਰੇ ਗਏ, ਹਮਾਸ ਦਾ ਕੁਝ ਰੌਲਾ ਸੀ, ਉਦੋਂ ਇਹ ਡਿਸਟਰਬ ਵੀ ਹੋਈਆਂ। ਉਸ ਤੋਂ ਬਾਅਦ ਵੀ 1-2 ਵਾਰ ਇਹਦੇ 'ਚ ਡਿਸਟਰਬੈਂਸ ਜਿਹੜੀ ਆ ਆਉਂਦੀ ਰਹੀ। 1964 ਦੇ ਵਿੱਚ ਪਹਿਲੀ ਵਾਰ ਇਹ ਜਿਹੜੀਆਂ ਖੇਡਾਂ ਸੀ ਉਹ ਟੈਲੀਵਿਜ਼ਨ ਤੇ ਪ੍ਰਸਾਰਿਤ ਹੋਈਆਂ, ਕਿਉਂਕਿ ਦਾਇਰਾ ਟੈਕਨੋਲੋਜੀ ਦਾ ਐਡਵਾਂਸਮੈਂਟ ਹੋ ਗਈ। ਪਹਿਲਾਂ ਰੇਡੀਓ ਹੁੰਦਾ ਸੀ, ਫਿਰ ਕਮੈਂਟਰੀ ਸੀ, ਫਿਰ TV ਆ ਗਿਆ ਤੇ ਇਹ TV ਤੇ ਚੱਲਦੀਆਂ ਰਹੀਆਂ। ਬੜਾ ਲੰਬਾ ਚੌੜਾ ਇਹਨਾਂ ਦਾ ਇਤਿਹਾਸ ਆ। ਤੇ ਕਰੋਨਾ ਦੇ ਦੌਰਾਨ ਜਿਹੜੀ ਨਵੀਂ ਇੱਕ ਗੱਲ ਆ ਓਲੰਪਿਕਸ ਦੇ ਵਿੱਚ ਇਹ ਆ ਕਿ ਤਗਮੇ ਜਾਂ ਤਮਗੇ ਜਿਹੜੇ ਦਿੱਤੇ ਜਾਂਦੇ ਨੇ ਸੋਨੇ ਦਾ, ਚਾਂਦੀ ਦਾ ਤੇ ਤਾਂਬੇ ਦਾ, ਉਹ ਜਦੋਂ ਖਿਡਾਰੀ ਜਿੱਤਦੇ ਨੇ ਤੇ ਇੱਕ ਡਾਇਸ ਤੇ ਖੜੇ ਹੁੰਦੇ ਨੇ ਤੇ ਫਿਰ ਉਹਨਾਂ ਦੇ ਤਗਮੇ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਉਹ ਜਿਹੜੇ ਮੈਡਲ ਨੇ ਉਹਨਾਂ ਦੇ ਗਲਾਂ 'ਚ ਪਾਉਂਦੇ ਨੇ ਜੀ। ਇਸ ਵਾਰ IOC ਨੇ ਜਿਹੜੇ ਕਿ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਗੱਲ ਕੀਤੀ ਆ ਕਿ ਇਸ ਵਾਰ ਜਿਹੜੇ ਤਮਗੇ ਨੇ ਉਹ ਖਿਡਾਰੀਆਂ ਦੇ ਗਲਾਂ ਦੇ ਵਿੱਚ ਕੋਈ ਨਹੀਂ ਪਾਊਗਾ। ਇੱਕ ਟਰੇ ਦੇ ਵਿੱਚ ਰੱਖ ਕੇ ਤਗਮੇ ਜਾਂ ਤਮਗੇ ਜਿਹੜੇ ਉਹਨਾਂ ਨੂੰ ਪੇਸ਼ ਕੀਤੇ ਜਾਣਗੇ ਤੇ ਉਹ ਆਪਣੇ ਜੇਤੂ ਤਮਗੇ ਆਪਣੇ ਆਪ ਹੀ ਗਲ ਦੇ ਵਿੱਚ ਪਾਉਣਗੇ। ਦੇਖੋ, ਅੱਜ ਦੇ ਪ੍ਰੋਗਰਾਮ 'ਚ ਗੱਲ ਤੀਜੀ ਵਾਰ ਹੋਣ ਲੱਗੀ ਆ ਕਿ ਪਰਿਵਰਤਨ ਜਿਹੜਾ ਉਹ ਸੰਸਾਰ ਦਾ ਨਿਯਮ ਹੈ। ਉਹਦੇ ਨਾਲ ਜਿਹੜੀਆਂ ਤਬਦੀਲੀਆਂ ਆ ਉਹ ਸਮੇਂ-ਸਮੇਂ ਆਉਂਦੀਆਂ ਰਹਿੰਦੀਆਂ ਨੇ। ਕਦੇ ਖੇਡਾਂ ਸ਼ੁਗਲ ਲਈ, ਖੁਸ਼ੀ ਲਈ ਜਾਂ ਵਿਹਲੇ ਟਾਈਮ ਲਈ ਹੁੰਦੀਆਂ ਸੀ, ਹੌਲੀ ਉਹ ਮਨੋਰੰਜਨ ਦਾ ਸਾਧਨ ਬਣੀਆਂ। ਫਿਰ ਹੁਣ ਉਹ ਕੰਪੀਟੀਸ਼ਨ ਦੀ ਭਾਵਨਾ ਉਹਦੇ 'ਚ ਆ ਗਈਆਂ। ਵੱਡੇ ਆਯੋਜਨ ਨੇ, ਲੱਖਾਂ ਕਰੋੜਾਂ ਦੇ ਖਰਚ ਹੁੰਦੇ ਨੇ। ਹਰ 4 ਸਾਲ ਦਾ, ਅਗਲੇ 4 ਸਾਲ ਦਾ ਪ੍ਰੋਗਰਾਮ ਪਹਿਲਾਂ ਐਲਾਨਿਆ ਜਾਂਦਾ ਕਿ ਅਗਲੀ ਵਾਰ ਜਿਹੜੀਆਂ ਆ ਲਾਸ ਐਂਜਲਸ 'ਚ ਹੋਣੀਆਂ ਨੇ, ਉਸ ਤੋਂ ਅਗਲੀ ਵਾਰ ਕਿੱਥੇ ਹੋਣੀਆਂ ਨੇ। 28 ਦੇ ਵਿੱਚ ਲਾਸ ਐਂਜਲਸ 'ਚ ਹੋਣੀਆਂ ਨੇ ਤੇ 24 ਦੇ ਵਿੱਚ ਪੈਰਿਸ 'ਚ ਹੋਣੀਆਂ ਨੇ। ਅਗਲੀ ਵਾਰ 2024 ਦੇ ਵਿੱਚ ਹੋਣੀਆਂ ਨੇ ਪੈਰਿਸ ਦੇ ਵਿੱਚ ਤੇ 2028 ਦੇ ਵਿੱਚ ਜਿਹੜੀਆਂ ਆ LA ਦੇ ਵਿੱਚ ਹੋਣੀਆਂ ਨੇ। ਕਈ ਦੇਸ਼ ਇਹਨਾਂ ਨੂੰ 3 ਵਾਰ ਕਰਵਾ ਚੁੱਕੇ ਨੇ। LA ਦੇ ਵਿੱਚ ਵੀ ਇਹ ਦੂਸਰੀ ਤੀਸਰੀ ਵਾਰ ਹੋਣੀਆਂ ਨੇ। ਸ਼ਹਿਰਾਂ ਦੇ ਨਾਮ ਨਾਲ ਹਮੇਸ਼ਾ ਮਸ਼ਹੂਰ ਹੁੰਦੀਆਂ ਨੇ, ਸਿਡਨੀ ਓਲੰਪਿਕਸ, ਸਿਓਲ ਓਲੰਪਿਕਸ ਤੇ ਇਦਾਂ ਹੀ ਹੁਣ ਇਸ ਵਾਰ ਟੋਕੀਓ ਓਲੰਪਿਕਸ। ਤੇ ਇਹ ਗੱਲ ਇਹ ਸੀਗੀ ਕਿ ਇਸ ਵਾਰ ਜਿਹੜੇ ਖਿਡਾਰੀ ਆ ਉਹਨਾਂ ਨੇ ਤਮਗੇ ਆਪਣੇ ਗਲਾਂ 'ਚ ਆਪੇ ਹੀ ਪਾਉਣੇ ਆ। ਬਹੁਤ ਮਿਹਨਤ ਕਰਦੇ ਨੇ ਖਿਡਾਰੀ ਇਹਨਾਂ ਓਲੰਪਿਕਸ ਵਿੱਚ ਜਾਣ ਲਈ। ਬਹੁਤ ਘੱਟ ਤਮਗੇ ਭਾਰਤ ਨੂੰ ਓਲੰਪਿਕਸ ਦੇ ਵਿੱਚ ਮਿਲੇ ਨੇ ਜੇ ਅਸੀਂ ਆਬਾਦੀ ਦੀ ਕੰਪੈਰੀਜ਼ਨ ਦੀ ਗੱਲ ਕਰੀਏ। ਤੇ ਭਾਰਤ ਤੋਂ ਇੱਕ ਗੱਲ ਆ ਕਿ ਹਾਕੀ ਦੇ ਜਿਹੜੇ ਖਿਡਾਰੀ ਨੇ ਜਲੰਧਰ ਤੋਂ, ਮਨਪ੍ਰੀਤ ਸਿੰਘ ਜੀ, ਉਹਨਾਂ ਨੇ ਇਸ ਵਾਰ ਵੀ ਝੰਡਾ ਬਰਦਾਰ ਬਣਨਾ ਹੈ। ਜਿਹੜੀ ਵੀ ਟੀਮ ਜਾਂਦੀ ਆ, ਜਿਹੜਾ ਦਲ ਜਾਂਦਾ ਆ ਦੇਸ਼ ਦਾ, ਜਿਸ ਦਿਨ ਇਹ ਗੇਮਾਂ ਸ਼ੁਰੂ ਹੁੰਦੀਆਂ ਨੇ ਤੇ ਇੱਕ ਪਰੇਡ ਹੁੰਦੀ ਆ
ਤੇ ਉੱਥੇ ਬੜਾ ਮਾਣ ਹੁੰਦਾ ਹੈ ਉਸ ਦੇਸ਼ ਨੂੰ ਆਪਣੇ ਦਲ ਦਾ ਕਿ ਉਹ ਜਿਹੜਾ ਦਲ ਆ ਉਹਦੀ ਅਗਵਾਈ ਕੌਣ ਕਰ ਰਿਹਾ। ਤੇ ਹਿੰਦੁਸਤਾਨ ਦੇ ਵਿੱਚ ਇਹ ਪਹਿਲੀ ਵਾਰੀ ਆ ਕਿ ਇਹੀ ਇਸ ਇੱਕੋ ਹੀ ਪਿੰਡ ਦਾ ਦੂਸਰੀ ਵਾਰ ਬੰਦਾ ਝੰਡਾ ਬਰਦਾਰ ਬਣ ਰਿਹਾ ਜੀ। ਇਸ ਤੋਂ ਪਹਿਲਾਂ ਪ੍ਰਗਟ ਸਿੰਘ ਜਿਹੜੇ ਹੁਣ ਰਾਜਨੀਤੀ ਦੀ ਖੇਡਦੇ ਨੇ, ਵਿਧਾਇਕ ਵੀ ਨੇ, ਉਹਨਾਂ ਦੀ ਗੱਲ ਵੀ ਤੁਸੀਂ ਕੀਤੀ, ਉਹਨਾਂ ਨੇ ਵੀ ਇੱਕ ਟਾਈਮ ਤੇ 올림픽ਸ ਦੇ ਵਿੱਚ ਝੰਡਾ ਭਾਰਤ ਦਾ ਜਿਹੜਾ ਚੁੱਕਿਆ ਸੀ। ਉਹਦੇ ਨਾਲ ਹੀ ਸਾਡੀ ਇੱਕ ਮੁੱਕੇਬਾਜ਼ ਨੇ ਮੈਰੀ ਕਾਮ, ਉਹਨਾਂ ਨੇ ਵੀ ਉਸ ਦਲ ਨੂੰ ਜਿਹੜੀ ਆ ਰਿਪਰੈਜ਼ੈਂਟ ਕਰਨਾ ਹੈ। ਉਹਨਾਂ ਦੀ ਜਿਹੜੀ ਉੱਥੇ ਰਵਾਇਤੀ ਪੋਸ਼ਾਕ ਦੇ ਵਿੱਚ ਉਹ ਖਿਡਾਰੀ ਜਾਂਦੇ ਨੇ ਤੇ ਬੜਾ ਵਧੀਆ ਲੱਗਦਾ ਆ। ਉੱਥੇ ਤੁਹਾਡੀ ਜਿਹੜੀ ਰਾਸ਼ਟਰੀ ਧੁਨ ਵਜਾਈ ਜਾਂਦੀ ਆ, ਜਦੋਂ ਮੈਡਲ ਤੁਹਾਨੂੰ ਮਿਲਦਾ ਆ ਉਸ ਵੇਲੇ ਵੀ ਜਿਹੜਾ ਤੁਹਾਡਾ ਝੰਡਾ ਆ ਉਹ ਨਾਲ ਦਿਖਾਇਆ ਜਾਂਦਾ ਤੇ ਜਿਹੜੀ ਰਾਸ਼ਟਰੀ ਧੁਨ ਵਜਾਈ ਜਾਂਦੀ ਆ। ਖਿਡਾਰੀਆਂ ਲਈ ਆਪਣੇ ਦੇਸ਼ ਨੂੰ ਉੱਥੇ ਪ੍ਰਦਰਸ਼ਿਤ ਕਰਨਾ, ਆਪਣੇ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਤੇ ਉੱਥੋਂ ਇੱਕ ਵਰਲਡ ਲੈਵਲ ਦੀ ਖੇਡ ਦੇ ਵਿੱਚੋਂ ਜਿੱਤ ਕੇ ਆਉਣਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ। ਮੈਰੀ ਕਾਮ ਇਸ ਕਰਕੇ ਵੀ ਐਕਸਾਈਟਡ ਨੇ ਕਿਉਂਕਿ ਉਹਨਾਂ ਦੀਆਂ ਲਾਸਟ 올림픽ਸ ਨੇ, ਉਹਨਾਂ ਨੇ ਐਲਾਨ ਕੀਤਾ ਕਿ ਮੇਰੀਆਂ ਲਾਸਟ 올림픽ਸ। ਬਿਲਕੁਲ, ਉਮਰ ਦੀਆਂ ਬਹੁਤ ਸਾਰੀਆਂ ਹੱਦਾਂ ਨੇ ਉਹਨਾਂ ਦੇ ਕੋਲ। ਮਾਂ ਬਣਨ ਤੋਂ ਬਾਅਦ ਵੀ ਉਹਨਾਂ ਨੇ ਜਿਹੜੀਆਂ ਵਰਲਡ ਦੇ ਵਿੱਚ ਇਹਨਾਂ ਖੇਡਾਂ ਨੂੰ ਜਿੱਤਿਆ ਤੇ ਵਰਲਡ ਜਿਹੜੀਆਂ ਦੁਨੀਆ ਪੱਧਰ ਦੇ ਮੁਕਾਬਲੇ ਸੀ ਉਹਨਾਂ ਦੇ ਵਿੱਚੋਂ ਜੇਤੂ ਰਹੇ। 올림픽ਸ ਆਉਣ ਵਾਲੀਆਂ ਨੇ, 올림픽ਸ ਦੀਆਂ ਗੱਲਾਂ ਹੋਰ ਕਰਦੇ ਰਵਾਂਗੇ ਤੇ 올림픽ਸ ਦੀ ਹੋਰ ਜਾਣਕਾਰੀ ਲੈ ਕੇ ਕੋਸ਼ਿਸ਼ ਕਰਾਂਗੇ ਕਿ ਇੱਕ ਖਾਸ ਪ੍ਰੋਗਰਾਮ ਵੀ 올림픽 ਤੇ ਆਪਾਂ ਦੱਸੀਏ। ਵਿਚਾਰ ਚਰਚਾ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋ ਗਿਆ। ਸ਼ਰਮਾ ਜੀ, ਤੁਸੀਂ ਸਟੂਡੀਓ 'ਚ ਆਏ ਤਾਂ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਡਨ।